देश दुनिया च वसदे पंजाबियों को जी आया। मैं हरजिंदर सिंह रंधावा, तुस देख रहे हो पंजाब टैलीविजन और मेरे नाल ने राजीव भास्कर, सीनियर जर्नलिस्ट। भास्कर साहब वेलकम। बहुत बहुत शुक्रिया रंधावा जी। दोस्तों, भास्कर साहब मैनू कहंदे कि कुछ नुकतियां दे लुकवें पहलू आपां छड्ड बैठे हां, इन्हां ते गल करनी बनदी आ। नवजोत सिंह सिद्धू दा जलालपुर MLA जलालपुर दे घर जाना कोई खास सुनेहा सरकारे दरबारे है। दो नाल वजीरां दा बैठे होना, अपने बंदियां नाल खलो के कोई गल कह रहे ने। दूजा पहलू कि जेकर हरप्रीत सिद्धू जिहड़े कि STF के मुखी ने, उन्होंने पत्र सरकार वालों जाता एडिशनल जिहड़े चीफ सैकटरी उन्होंने वालों, तो मैनू भास्कर साहब का यह भी सवाल वधिया लग्या कि जिहड़ी एक्शन टेकन रिपोर्ट आ, जे ये पत्र जनतक होंदा है तो एक्शन टेकन रिपोर्ट नशियां दे मामले च जिहड़ी हाई कोर्ट सबमिट की उन्होंने भी जनतक गवर्नमेंट नूं कर देना चाहिए, तो फिर वो भी जनतक हो जाण रिपोर्टां जिहड़ियां सील बंद ने। अगली गल कि बिट्टू और हरसिमरत कौर बादल दे विच झड़प हुंदी, इहदे च कौन ठीक कौन गलत, माइलेज कौन लै गया, नुकसान किहदा हो गया, इहदे ते गल करनी बनदी है। ते चौथा ते अहम सवाल कि सुखबीर सिंह बादल 13 नुकाती प्रोग्राम दे विच 3 मसले अनटच छड्ड जांदे आ, जिन्हां च नशा है जिहड़ा वो कैप्टन साहब ते गुटका साहब दी सौं खाण दा इल्जाम लाउंदे। दूजा जिहड़े पावर एग्रीमेंट ने उन्हां दे उत्ते कि जे एग्रीमेंट रद्द कैप्टन करन दी गल करदे आ तां तुसीं जां हक च हो जां तुसीं खिलाफ हो। ते तीजा अहम मसला बेअदबियां दा मामला सुखबीर जी और उन्हां दी टीम कई बारी कह चुकी है कि उहदा कख ना रवे जिन्हें कीतियां जां करवाइयां, पर इंसाफ ते ना मिलिया। इहदे उत्ते उन्हां दे हरफ अजे आउणे बाकी आ। भास्कर साहब मैनू आपां शुरू इत्थों कर लैने आ कि अज नवजोत सिंह सिद्धू दा MLA जलालपुर दे घरों कुछ कहना 2 मंत्रियों की हाजरी च, इहदे कोई लुकवें अर्थ भी है? बिल्कुल बिल्कुल, ਤੁਸੀਂ जिस तरीके नाल जलालपुर ਉਹਨਾਂ ਦੇ ਅਗੇਂਸਟ ਉੱਥੇ ਤਕਰੀਬਨ 100 ਤੋਂ ਵੱਧ ਕਾਂਗਰਸੀਆਂ ਨੇ ਕੁਝ ਦਿਨ ਪਹਿਲੇ ਵਿਦਰੋਹ ਕਰਤਾ ਸੀਗਾ ਔਰ ਇੱਥੇ ਤੱਕ ਕਿ ਬਾਹਾਂ ਚੱਕ ਕੇ ਇਹ ਗੱਲ ਕੀਤੀ ਸੀਗੀ ਕਿ ਜਲਾਲਪੁਰ ਉਹਨਾਂ ਨੂੰ ਅਗਰ ਕਾਂਗਰਸ ਨੇ ਟਿਕਟ ਦਿੱਤੀ ਤੇ ਅਸੀਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਾਂਗੇ। ਉਸ ਟਾਈਮ ਵੀ ਇਹਦੇ ਪਿੱਛੇ ਇੱਕ ਸਾਜ਼ਿਸ਼ ਦੇਖੀ ਜਾ ਰਹੀ ਸੀ ਕਿਉਂਕਿ ਜਲਾਲਪੁਰ ਉਹਨਾਂ ਨੇ ਸਿੱਧੂ ਉਹਨਾਂ ਦਾ ਸਾਥ ਜਿਸ ਟਾਈਮ ਦਿੱਤਾ ਸੀਗਾ ਔਰ ਜਦ ਕੈਪਟਨ ਸਾਹਿਬ ਨੇ ਮਾਫੀ ਮੰਗਣ ਦੀ ਸ਼ਰਤ ਮੰਗੀ ਸੀਗੀ ਤੇ ਸ਼ਰਤ ਦੇ ਉੱਤੇ ਜਲਾਲਪੁਰ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਸਿੱਧੂ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ। ਹਾਲਾਂਕਿ ਜਲਾਲਪੁਰ ਉਹਨਾਂ ਪਟਿਆਲਾ ਪਾਰਲੀਮੈਂਟਰੀ ਕੌਂਸਟੀਚੁਐਂਸੀ ਦੇ ਵਿੱਚ ਹੀ ਉਹਨਾਂ ਦੀ ਕੌਂਸਟੀਚੁਐਂਸੀ ਆਉਂਦੀ ਹੈ ਔਰ ਪਟਿਆਲੇ ਦੇ MLA ਦਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੁਗਤਣਾ ਸ਼ਾਇਦ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਬੁਰੀ ਲੱਗੀ ਹੋਏਗੀ ਔਰ ਅੱਜ ਸਿੱਧੂ ਉਹਨਾਂ ਦਾ ਉਹਨਾਂ ਦੇ ਘਰ ਜਾਣਾ ਔਰ ਘਰ ਜਾ ਕੇ ਭਾਵੇਂ ਉਹ ਚੰਨੀ ਹੋਣਾ ਭਾਵੇਂ ਉਹ ਸੁਖਜਿੰਦਰ ਰੰਧਾਵਾ ਹੋਣਾ ਸਾਰਿਆਂ ਦਾ ਜਲਾਲਪੁਰ ਨੂੰ ਇੱਕ ਵੱਡਾ ਲੀਡਰ ਵਜੋਂ ਪ੍ਰੋਜੈਕਟ ਕਰਨਾ ਔਰ ਇੱਥੇ ਤੱਕ ਕਿ ਸਿੱਧੂ ਉਹਨਾਂ ਨੇ ਜਿਹੜੇ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਗੱਲ ਕੀਤੀ ਕਿ ਜੇ ਜਲਾਲਪੁਰ ਉਹਨਾਂ ਇੱਥੋਂ ਇਲੈਕਸ਼ਨ ਨਹੀਂ ਲੜਨਗੇ ਸਿੱਧੂ ਆਪ ਲੜੇਗਾ ਔਰ ਸਿੱਧੂ ਹੀ ਉਹਨਾਂ ਦੀ ਜਿੱਤ ਪੂਰੀ ਕਰਕੇ ਦਿਖਾਏਗਾ। ਯਾਨੀ ਉਹ ਸਾਫ਼-ਸਾਫ਼ ਇੰਡੀਕੇਸ਼ਨ ਸੀਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਕੈਂਪ ਨੂੰ ਕਿ ਜੇ ਕਿਤੇ ਉਹਨਾਂ ਵਿਧਾਇਕਾਂ ਦੇ ਖਿਲਾਫ ਜਾਂ ਉਹਨਾਂ MPs MLAs ਦੇ ਖਿਲਾਫ ਅਗਰ ਕੋਈ ਐਕਸ਼ਨ ਭਾਵੇਂ ਰੀਸ਼ਫਲ ਦੇ ਵਿੱਚ ਲਿੱਤਾ ਗਿਆ ਜਾਂ ਫਿਰ ਉਹਨਾਂ MLAs ਨੂੰ ਪਰੇਸ਼ਾਨ ਕੀਤਾ ਗਿਆ, ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਰੋਕੇ ਗਏ ਤੇ ਸਿੱਧੂ ਉਹਨਾਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਉਹਨਾਂ ਦੀ ਸਪੋਰਟ ਦੇ ਵਿੱਚ ਆ ਜੰਮ ਕੇ ਡਟ ਕੇ ਖੜਨਗੇ। ਆ ਇੱਕ ਇੰਡੀਕੇਸ਼ਨ ਦਿੱਤਾ ਕਿਉਂਕਿ ਜਦ ਉਹਨਾਂ ਨੇ ਸਹੁੰ ਚੱਕੀ ਸੀ ਉਸ ਤੋਂ ਅਗਲੇ ਦਿਨ ਵੀ ਉਹ ਚਮਕੌਰ ਸਾਹਿਬ ਵਿੱਚ ਦਿਖ ਗਏ ਸੀਗੇ। ਅਸੀਂ ਤੁਸੀਂ ਇਹ ਸੋਚਿਆ ਸੀ ਵੀ ਉਹਨਾਂ ਨੂੰ ਕੀ ਲੋੜ ਸੀਗੀ ਅਗਲੇ ਦਿਨ ਚਮਕੌਰ ਸਾਹਿਬ ਜਾਣਾ, ਬਲਕਿ ਉਹਨਾਂ ਨੂੰ ਤੇ ਅੱਜ ਕੈਪਟਨ ਸਾਹਿਬ ਦੇ ਘਰ ਹੋਣਾ ਚਾਹੀਦਾ ਸੀਗਾ, ਕੈਪਟਨ ਸਾਹਿਬ ਦੇ ਦਫ਼ਤਰ ਹੋਣਾ ਚਾਹੀਦਾ ਸੀ ਔਰ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਜਿਹੜੀ ਉਹ ਕਰਨਾ ਚਾਹੁੰਦੇ ਸੀਗੇ ਉਸ ਗੱਲ ਨੂੰ ਅੱਗੇ ਤੋਰਦੇ ਹੋਏ ਲੋਕਾਂ ਦੇ ਵਿੱਚ ਇੱਕ ਮੈਸੇਜ ਭੇਜਣਾ ਚਾਹੀਦਾ ਸੀਗਾ ਕਿ ਸਿੱਧੂ ਹੁਣ ਉਹ ਕਾਮੇਡੀਅਨ ਨਹੀਂ ਰਿਹਾ, ਸਿੱਧੂ ਹੁਣ ਸੀਰੀਅਸ ਪੋਲਿਟਿਕਸ ਦੇ ਵਿੱਚ ਆ ਚੁੱਕਿਆ ਹੈ ਔਰ ਉਹਦਾ ਮਿਲਦੇ ਹੀ ਉਸ ਅਹੁਦੇ ਦੀ ਲਾਜ ਨੂੰ ਰੱਖਣ ਵਾਸਤੇ ਉਸ ਅਹੁਦੇ ਦੀ ਰਿਸਪੈਕਟ ਨੂੰ ਰੱਖਣ ਵਾਸਤੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦਾ ਹੈ। ਪਰ ਚਲੋ ਸਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ 1-2 ਦਿਨ ਬਾਅਦ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਆਫਿਸ ਵਿੱਚ ਦੇਖੇ ਗਏ। 5 ਨੁਕਾਤੀ ਇੱਕ ਪ੍ਰੋਗਰਾਮ ਵੀ ਦਿੱਤਾ ਕੈਪਟਨ ਸਾਹਿਬ ਨੂੰ, ਉਸ 5 ਨੁਕਾਤੀ ਪ੍ਰੋਗਰਾਮ ਦੇ ਉੱਤੇ ਕੰਮ ਵੀ ਥੋੜਾ ਬਹੁਤ ਸ਼ੁਰੂ ਹੋ ਗਿਆ। ਪਰ ਅੱਜ ਦਾ ਜਿਹੜਾ ਮੈਸੇਜ ਸਿੱਧੂ ਦਾ ਸੀਗਾ ਉਹ ਬਿਲਕੁਲ ਡਾਇਰੈਕਟ ਸੀਗਾ। ਜੇ ਕਿਤੇ ਉਹਨਾਂ ਦੀ ਸਪੋਰਟ ਵਿੱਚ ਆਏ ਹੋਏ MLAs ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ
ਤੇ ਸਿੱਧੂ ਉਹਨਾਂ ਚੁੱਪ ਨਹੀਂ ਰਹਿਣਗੇ। ਔਰ ਜਦ ਸਿੱਧੂ ਉਹਨਾਂ ਪਿਛਲੇ ਦਿਨੋਂ ਜਲੰਧਰ ਆਏ ਸੀਗੇ ਤੇ ਜਲੰਧਰ ਦੇ 2 ਐਮਐਲਏ, ਇੱਕ ਜੀ ਸੁਸ਼ੀਲ ਉਹਨਾਂ ਤੇ ਇੱਕ ਬੇਰੀ ਸਾਹਿਬ, ਉਹਨਾਂ ਨੂੰ ਨਾ ਮਿਲ ਕੇ, ਉਹਨਾਂ ਨੂੰ ਨਾ ਸਪੋਰਟ ਕਰਕੇ ਇੱਕ ਆਪਣੇ ਆਪ ਵਿੱਚ ਇੰਡੀਕੇਸ਼ਨ ਦਿੱਤਾ ਸੀਗਾ ਕਿ ਉਹ ਕੈਪਟਨ ਸਾਹਿਬ ਦੇ ਕੈਂਪ ਵਿੱਚ ਹੈਗੇ ਨੇ, ਜਦ ਜਿਹੜੀ ਸਾਰੀ ਕਾਂਗਰਸ 2 ਧੜਿਆਂ ਦੇ ਵਿੱਚ ਵੰਡੀ ਨਜ਼ਰ ਆਉਂਦੀ ਸੀਗੀ। ਤੇ ਉਹਨਾਂ ਨੇ ਉਹਨਾਂ ਦਾ ਵੀ ਪਬਲਿਕਲੀ ਮਜ਼ਾਕ ਉਡਾਇਆ ਸੀਗਾ ਕਿ ਰਿੰਕੂ ਦੀ ਮੁੱਛਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਸੀ ਵੀ ਅੱਜ ਹੁਣ ਤੇਰੀ ਮੁੱਛਾਂ ਥੱਲੇ ਕਿਉਂ ਹੈਗੀ ਹੈ, ਚੱਲ ਹੁਣ ਸਿੱਧੂ ਆ ਗਿਆ ਉੱਤੇ ਕਰ। ਔਰ ਬੇਰੀ ਨੂੰ ਰੈਫਰ ਕਰਦੇ ਹੋਏ ਉਹਨਾਂ ਨੇ ਕਿਹਾ ਸੀਗਾ ਵੀ ਬੇਰੀ ਹੈ ਤੇ ਬੇਰੀ ਖਾਂਦਾ ਰਹਿੰਦਾ ਹੈ। ਯਾਨੀ ਉਹ ਇੱਕ ਨੌਨ ਸੀਰੀਅਸ ਜੀ ਗੱਲ ਸਿੱਧੂ ਉਹਨਾਂ ਨੇ ਜਲੰਧਰ ਕੀਤੀ ਸੀਗੀ। ਅੱਜ ਜਲਾਲਪੁਰ ਦੇ ਨਾਲ ਖੜੇ ਹੋ ਕੇ ਉਹਨਾਂ ਨੇ ਇਸ ਗੱਲ ਨੂੰ ਸੀਰੀਅਸਲੀ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਉਹਨਾਂ ਦੀ ਸਪੋਰਟ ਵਿੱਚ ਆਏ ਹੋਏ ਐਮਐਲਏ ਮੰਤਰੀਆਂ ਦੇ ਨਾਲ ਕਿਸੇ ਕਿਸਮ ਦੇ ਵਿਤਕਰੇ ਮੁੱਖ ਮੰਤਰੀ ਕੈਂਪ ਦੁਆਰਾ ਹੋਏ ਤੇ ਸਿੱਧੂ ਉਹਨਾਂ ਚੁੱਪ ਨਹੀਂ ਰਹਿਣਗੇ। ਗੱਲ ਫਿਰ ਬਹੁਤ ਦੂਰ ਤੱਕ ਜਾਏਗੀ ਔਰ ਉਹ ਦੂਰ ਤੁਹਾਨੂੰ ਪਤਾ ਦਿੱਲੀ ਹੈਗੀ ਹੈ। ਬਿਲਕੁਲ, ਦਿੱਲੀ ਹੁਣ ਦੂਰ ਨਹੀਂ ਰਹੀ ਪੰਜਾਬ ਦੇ ਕਾਂਗਰਸੀਆਂ ਲਈ। ਕੈਂਪ 2 ਹੋ ਗਏ ਤੇ ਦੋਵੇਂ ਕੈਂਪ ਤਾਕਤਵਰ ਹੈ ਤੇ ਇੱਕੋ ਪਰਿਵਾਰ 'ਚ 2 ਪਾਵਰ ਸੈਂਟਰ ਨੇ। ਇੱਕ ਬੰਨੇ ਬੱਚੇ ਨੇ, ਦੂਜੇ ਬੰਨੇ ਬੇਬੇ ਆ, ਤੇ ਇਧਰਲੇ ਬੰਨੇ ਵੀ ਪਿਓ ਪੁੱਤ ਦਾ ਰਿਸ਼ਤਾ ਰਿਹਾ, ਭਾਵੇਂ ਰਿਹਾ ਤਲਖੀ ਵਾਲਾ ਹੀ ਹੈ। ਲੇਕਿਨ ਸਿੱਧੂ ਨੇ ਸਾਫ਼ ਕਰਤਾ ਹੈ, ਮੇਰੇ ਨਾਲ ਖਲੋਤੇ ਵਜ਼ੀਰਾਂ ਦੀ ਕੁਰਸੀ ਐਡੀ ਸੌਖੀ ਨਹੀਂ ਜਾਣ ਦਿੰਦਾ ਮੈਂ, ਤੇ ਮੇਰੇ ਨਾਲ ਖਲੋਤੇ ਐਮਐਲਏ ਭਾਵੇਂ ਗਲਤ ਵੀ ਹੋਣਗੇ, ਜੱਟ ਲੱਤ ਡਾ ਕੇ ਖਲੋਤਾ ਜੇ। ਫਿਰ ਰਵਾਇਤੀ ਪੋਲੀਟੀਸ਼ੀਅਨਸ ਤੇ ਸਿੱਧੂ 'ਚ ਫਰਕ ਨਹੀਂ ਰਿਹਾ। ਖੈਰ ਕਹਿੰਦੇ ਜੀ ਰੰਗ ਤਾਂ ਫਿਰ ਬਦਲੇ ਹੀ ਜਾਂਦੇ ਆ ਨਾ, ਰੰਗ ਤਾਂ ਬਦਲੇ ਹੀ ਜਾਂਦੇ ਆ, ਕਿਉਂਕਿ ਸਿਆਸਤ ਧੰਦਾ ਹੀ ਇਹੋ ਜਿਹਾ, ਹੁਣ ਧੰਦਾ ਹੀ ਰਹਿ ਗਿਆ ਜੀ, ਹੋਰ ਕੀ ਕਵਾਂਗੇ। ਲੇਕਿਨ ਜੇ ਮੈਂ ਹੁਣ ਇਤੋਂ 2 ਕਦਮ ਅੱਗੇ ਜਾਵਾਂ, ਇਹ ਵੀ ਇੱਕ ਅਹਿਮ ਮੁੱਦਾ ਸੀ ਨਵਜੋਤ ਸਿੰਘ ਸਿੱਧੂ ਚੱਕਦੇ ਰਹੇ ਨਸ਼ੇ ਨੂੰ ਲੈ ਕੇ। ਔਰ ਨਸ਼ੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਇੱਕ ਨਵੇਕਲੀ ਜੀ ਗੱਲ ਕਰਦੇ ਨੇ। ਦੇਖੋ, ਉਹ ਰੌਲਾ ਕਿਧਰੇ ਹੋਰ ਪੈਂਦਾ ਰਿਹਾ, ਲੇਕਿਨ ਗੱਲ ਕਿਧਰੋਂ ਹੋਰ ਤੋਰੀ ਗਈ ਆ, ਰਾਹ ਕੋਈ ਹੋਰ ਚੁਣਿਆ ਗਿਆ। ਉਹਨਾਂ ਦਾ ਆਪਣੇ ਵਿਭਾਗ ਦੇ ਜਿਹੜੇ ਸਭ ਤੋਂ ਅਹਿਮ ਅਫੀਸਰ ਨੇ ਅਨੁਰਾਗ ਅਗਰਵਾਲ, ਉਹਨਾਂ ਦਾ ਪੱਤਰ ਲੀਕ ਹੁੰਦਾ ਤੇ ਉਹ ਪੱਤਰ ਦੇ ਵਿੱਚ ਆਪਣੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ, ਉਹਨਾਂ ਦੇ ਆਪਣੇ ਭਰੋਸੇਯੋਗ ਹਰਪ੍ਰੀਤ ਸਿੰਘ ਸਿੱਧੂ ਨੂੰ ਲਿਖਿਆ ਜਾਂਦਾ। ਤੇ ਹੁਣ ਸਵਾਲ ਇਹ ਆ ਕਿ ਕੀ ਹਰਪ੍ਰੀਤ ਸਿੰਘ ਸਿੱਧੂ ਵਰਗਾ ਕੁਸ਼ਲ ਪ੍ਰਸ਼ਾਸਕ, ਬਿਹਤਰੀਨ ਅਫਸਰ, ਜਿਹਨੂੰ ਤੁਸੀਂ ਆਪਣੀ ਇੱਛਾ ਨਾਲ ਲਿਆਏ ਹੋ, ਉਹਨੂੰ ਕਿੰਨੀ ਵਾਰੀ ਛੁੱਟੀ ਤੇ ਜਾਣਾ ਪੈ ਰਿਹਾ? ਉਹ ਕਿਉਂ ਜਾ ਰਹੇ ਨੇ? ਉਹਨਾਂ ਨੂੰ ਜਾਂ ਛੁੱਟੀ ਜਾਣ ਲਈ ਮਜਬੂਰ ਕੀਤਾ ਜਾ ਰਿਹਾ? ਕਿਸ ਤਰ੍ਹਾਂ ਦੇ ਹਾਲਾਤ ਬਣੇ ਕਿ ਉਹ ਕੇਸ ਅੱਗੇ ਉਨੀ ਤਰਤੀਬ 'ਚ ਨਹੀਂ ਵੱਧ ਸਕੇ? ਹੁਣ ਇਹ ਸਵਾਲ ਬਹੁਤ ਵੱਡਾ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਜਿਹੜੀ ਰੈਗੂਲਰ ਬੇਸਿਸ ਤੇ ਅੱਗੇ ਕਿਉਂ ਨਹੀਂ ਵਧੀ, ਤੇ ਅਦਾਲਤਾਂ ਦੇ ਵਿੱਚ ਸੁਣਵਾਈ ਰੈਗੂਲਰ ਬੇਸਿਸ ਤੇ ਕਿਉਂ ਨਹੀਂ ਹੋਈ? ਕਿਉਂ ਟਲਦੀ ਰਹੀ? ਕੌਣ ਵਿੱਚ ਸੀ ਜਿਹੜੇ ਇਹਨੂੰ ਟਾਲਦੇ ਰਹੇ? ਕਿਉਂਕਿ ਕਈ ਧਰਾਵਾਂ 'ਚ ਫੈਲੇ ਹੋਏ ਆ। ਭੋਲਾ ਡਰੱਗ ਕੇਸ ਇੱਕ ਵੱਖਰੀ ਕੜੀ ਆ, ਇੱਕ ਤੁਹਾਨੂੰ ਇੰਦਰਜੀਤ ਇੰਸਪੈਕਟਰ ਵਾਲਾ ਜਿਹਦੇ 'ਚ ਇੱਕ ਐਸਐਸਪੀ ਤੇ ਹੋਰ ਕਈ ਸ਼ਾਮਲ ਸੀਗੇ, ਉਹ ਇੱਕ ਵੱਖਰਾ ਪਹਿਲੂ ਨਾਲ ਕੇਸ ਅੱਗੇ ਤੁਰਦਾ ਹੈ। ਉਸ ਤੋਂ ਬਾਅਦ ਇੱਕ ਰਾਣੋ ਵਾਲਾ ਕੇਸ ਵਿੱਚ ਆ ਜਾਂਦਾ ਹੈ। ਇੱਥੇ ਇੱਕ ਅਨਵਰ ਮਸੀਹ ਅਕਾਲੀ ਲੀਡਰ ਸੀ, ਉਹਨਾਂ ਦੀ ਕੋਠੀ ਦਾ ਮਸਲਾ ਜਿਹਦੇ 'ਚ ਕੋਈ ਹੈਰੋਇਨ ਫੜੀ ਗਈ ਸੀ। ਕਈ ਮਾਮਲਿਆਂ 'ਚ ਹਰਪ੍ਰੀਤ ਸਿੱਧੂ ਦੀ ਰਿਕਵਰੀ ਬੜੀ ਸ਼ਾਨਦਾਰ ਰਹੀ ਆ। ਲੇਕਿਨ ਹੁਣ ਉਹਨਾਂ ਨੂੰ ਜਿਹੜਾ ਪੱਤਰ ਲਿਖਿਆ ਗਿਆ, ਉਹਦਾ ਜਵਾਬ ਉਹ ਦੇਣਗੇ ਤਾਂ ਉਹ ਜਵਾਬ ਵੀ ਕੀ ਜਨਤਕ ਹੋ ਜਾਊਗਾ? ਦੂਜੇ ਬੰਨੇ ਕਿ ਜਿਹੜੀ ਐਕਸ਼ਨ ਟੇਕਨ ਰਿਪੋਰਟ ਹਾਈਕੋਰਟ ਦੇ ਵਿੱਚ ਪਈ ਆ, ਹਾਈਕੋਰਟ ਦੀ ਹਦਾਇਤ ਤੇ ਜਿਹੜੀ ਪੰਜਾਬ ਸਰਕਾਰ ਨੇ ਪੇਸ਼ ਕੀਤੀ ਆ, ਜਿਹਦੇ ਵਿੱਚ ਚੱਟੋਪਾਧਿਆਏ ਵਾਲੀ ਰਿਪੋਰਟ ਵੀ ਆ, ਜਿਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਵਾਲੀ ਰਿਪੋਰਟ ਵੀ, ਜਿਹੜੀ ਉਹਨਾਂ ਨੇ ਈਡੀ ਦੇ ਨਰਿੰਜਨ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਤਿਆਰ ਕਰਕੇ ਦਿੱਤੀ ਹੈ, ਜਿਹਦੇ ਵਿੱਚ ਉਹਨਾਂ ਫਰਦਰ ਇਨਵੈਸਟੀਗੇਸ਼ਨਸ ਦੀ ਗੱਲ ਕੀਤੀ ਆ, ਉਹ ਵੀ ਆ। ਉਹਦੇ ਉੱਤੇ ਮੁੜ ਕੇ ਐਕਸ਼ਨ ਟੇਕਨ ਰਿਪੋਰਟ ਪੰਜਾਬ ਸਰਕਾਰ ਨੇ ਸਬਮਿਟ ਕੀਤੀ ਹੋਈ ਆ ਅਦਾਲਤ ਵਿੱਚ ਕਿ ਪੰਜਾਬ ਸਰਕਾਰ ਇਸ ਲੜਾਈ 'ਚ, ਅਫਸਰਾਂ ਦੀ ਲੜਾਈ 'ਚ, ਉਹ ਵੀ ਬਾਹਰ ਆ ਸਕਦੀ ਹੈ। ਇਹ ਸਵਾਲ ਨੇ, ਤੁਸੀਂ ਤਾਂ ਸੀਨੀਅਰ ਜਰਨਲਿਸਟ ਹੋ, ਤੁਹਾਨੂੰ ਪਤਾ ਹੈ, ਸਮੈਲ ਕਰ ਲੈਂਦੇ ਹੋ ਕਿੱਥੋਂ ਧੂੰਆਂ ਨਿਕਲਦਾ, ਕਿੱਥੇ ਅੱਗ ਬਲਦੀ। ਦੇਖੋ, ਜਦ ਇਹ 5 ਨੁਕਾਤੀ ਪ੍ਰੋਗਰਾਮ ਜਿਹੜੇ ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਦੇ ਹੱਥ 'ਚ ਫੜਾਏ ਨੇ, ਉਹਨਾਂ ਵਿੱਚੋਂ ਦੂਜੇ ਨੰਬਰ ਤੇ ਆਇਆ ਸੀਗਾ ਕਿ ਵੱਡੀ ਮੱਛੀਆਂ ਨੂੰ ਫੜ ਕੇ ਡਰੱਗ ਦੇ ਮਾਮਲੇ ਦੇ ਵਿੱਚ ਇੱਕ ਐਗਜ਼ਾਮਪਲਰੀ ਪਨਿਸ਼ਮੈਂਟ ਦਿੱਤੀ ਜਾਏ। ਔਰ ਸਾਨੂੰ ਇਹ ਲੱਗਦਾ ਸੀਗਾ ਵੀ ਇਹ ਤੇ ਮਾਮਲਾ ਬੜਾ ਸੌਖਾ ਹੈਗਾ, ਭਾਵੇਂ ਔਖਾ ਕੈਪਟਨ ਸਾਹਿਬ ਵਾਸਤੇ ਹੋਣ, ਲੇਕਿਨ ਇਸ ਸੌਖੇ ਮਾਮਲੇ ਨੂੰ, ਔਖੇ ਮਾਮਲੇ ਨੂੰ ਸੌਖਾ ਕਰਨ ਵਾਸਤੇ ਜੇ ਹਾਈ ਕੋਰਟ ਦੇ ਵਿੱਚ ਬੰਦ ਲਿਫਾਫੇ ਪਏ ਹੋਏ ਨੇ, ਉਹਨਾਂ ਨੂੰ ਖੋਲ ਦਿੱਤਾ ਜਾਏ ਤੇ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਪਰ ਗੱਲ ਸਿਰਫ ਇੱਥੇ ਤੱਕ ਨਹੀਂ ਹੈਗੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਔਰ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਲੇਮ ਕਰ ਚੁੱਕੇ ਹਾਂ, ਜਾਂ ਜਿਹੜੇ ਸਾਡੇ ਸੂਤਰ ਕਹਿ ਰਹੇ ਨੇ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਲਿਫਾਫਾ ਬੰਦ ਪੇਸ਼ ਕੀਤਾ ਸੀ ਐਸਟੀਐਫ ਨੇ, ਉਹ ਸਰਕਾਰ ਨੂੰ ਐਕਸ਼ਨ ਟੇਕਨ ਰਿਪੋਰਟ ਵਾਸਤੇ ਭੇਜ ਦਿੱਤਾ ਗਿਆ ਸੀਗਾ। ਔਰ ਪਤਾ ਇਹ ਲੱਗਦਾ ਹੈ ਕਿ ਉਹਦੇ ਉੱਤੇ ਐਕਸ਼ਨ ਟੇਕਨ ਰਿਪੋਰਟ ਵੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਬੰਦ ਲਿਫਾਫੇ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਸੀਗੀ।
ਉਹ ਐਕਸ਼ਨ ਟੇਕਨ ਰਿਪੋਰਟ ਕੀ ਸੀਗੀ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਹੁਣ ਮਤਲਬ ਨਵਜੋਤ ਸਿੰਘ ਐਕਸ਼ਨ, ਸਿੱਧੂ ਭਾਸਕਰ ਸਾਹਿਬ ਐਕਸ਼ਨ ਲਏ ਬਿਨਾ ਐਕਸ਼ਨ ਰਿਪੋਰਟ ਸਬਮਿਟ ਕਰਤੀ, ਐਕਸ਼ਨ ਤੱਕ ਤੇ ਦੱਸਿਆ ਹੀ ਨਹੀਂ ਜ਼ਮੀਨ ਤੇ। ਕਿਉਂਕਿ ਜੇ ਐਕਸ਼ਨ ਜੇ ਐਕਸ਼ਨ ਹੋਇਆ ਹੁੰਦਾ ਤੇ ਅੱਜ ਹਰਪ੍ਰੀਤ ਸਿੰਘ ਸਿੱਧੂ ਨੂੰ ਅਨੁਰਾਗ ਅਗਰਵਾਲ ਚਿੱਠੀ ਕਿਉਂ ਲਿਖਦੇ? ਬਿਲਕੁਲ ਠੀਕ ਗੱਲ ਹੈ। ਔਰ ਅੱਜ ਜਿਹੜੀ ਚਿੱਠੀ ਲਿਖੀ ਗਈ ਹੈ ਉਹਦੇ ਵਿੱਚ ਉਹਨਾਂ ਨੇ ਹਰਪ੍ਰੀਤ ਸਿੱਧੂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਤਕਰੀਬਨ 2.5-3 ਸਾਲ ਹੋ ਗਏ ਜਦ ਤੁਸੀਂ ਹਾਈ ਕੋਰਟ ਦੇ ਵਿੱਚ ਆਪਣੀ ਇੱਕ ਰਿਪੋਰਟ ਸਬਮਿਟ ਕੀਤੀ ਸੀ, ਉਸ ਤੋਂ ਬਾਅਦ ਤੁਸੀਂ ਕੀ ਕਾਰਵਾਈ ਕੀਤੀ। ਇੱਥੇ ਜ਼ਿਕਰਯੋਗ ਇੱਕ ਗੱਲ ਹੈਗੀ ਹੈ ਕਿ ਜਦ ਉਹਨਾਂ ਨੇ ਇਹ ਚਿੱਠੀ ਦਿੱਤੀ ਸੀਗੀ ਔਰ ਉਸ ਚਿੱਠੀ ਦੇ ਉੱਤੇ ਉਸ ਬੰਦ ਲਿਫਾਫੇ ਦੇ ਵਿੱਚ ਜਿਹੜੀ ਰਿਪੋਰਟ ਸੀਗੀ ਉਹਦੇ ਉੱਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਘਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਇੱਥੇ ਤੱਕ ਵੀ ਦੱਸਤਾ ਸੀਗਾ ਵੀ 34ਵੇਂ ਪੰਨੇ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਕੀ ਲਿਖਿਆ ਹੈ। ਪਰ ਉਹ ਰਿਪੋਰਟ ਹਜੇ ਤੱਕ ਜਨਤਕ ਨਹੀਂ ਕੀਤੀ ਗਈ। ਪਰ ਜਨਤਕ ਨਾ ਕਰਨ ਦੇ ਬਾਵਜੂਦ ਵੀ 2 ਜਾਂ 3 ਦਿਨ ਜਾਂ ਹਫ਼ਤੇ ਬਾਅਦ ਤੁਹਾਨੂੰ ਯਾਦ ਹੋਏਗਾ ਹਰਪ੍ਰੀਤ ਸਿੱਧੂ ਉਹਨਾਂ ਦਾ ਟ੍ਰਾਂਸਫਰ ਹੋ ਜਾਂਦਾ ਮੁੱਖ ਮੰਤਰੀ ਦੇ ਆਫਿਸ, ਯਾਨੀ ਐਸਟੀਐਫ ਦੇ ਵਿੱਚ ਜਿਸ ਵਜੋਂ ਉਹਨਾਂ ਨੂੰ ਲਗਾਇਆ ਗਿਆ ਸੀਗਾ ਔਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਐਸਟੀਐਫ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਦੇ ਅੰਡਰ ਕੰਮ ਕਰ ਰਹੀ ਸੀ ਔਰ ਉਹਦੀ ਤਾਰੀਫ ਕਰਦੇ ਸੀਗੇ, ਪਰ ਅਚਾਨਕ ਹੀ ਅਨਸੈਰੇਮੋਨੀਅਸਲੀ ਉਹਨਾਂ ਨੂੰ ਹਟਾ ਕੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬਿਠਾ ਦਿੱਤਾ ਜਾਂਦਾ ਬਿਨਾਂ ਕਿਸੇ ਕੰਮ ਤੋਂ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਭੇਜ ਦਿੱਤਾ ਜਾਂਦਾ, ਕਿਹਾ ਜਾਂਦਾ ਕਿ ਉਹ ਸਟੱਡੀ ਲੀਵ ਤੇ ਚਲੇ ਗਏ, ਯਾਨੀ ਕਰੀਬ 1.5-2 ਸਾਲ ਤੇ ਉਹ ਛੁੱਟੀ ਤੇ ਰਹੇ ਜਾਂ ਫਿਰ ਵਿਹਲੇ ਰਹੇ। ਅੱਜ ਅਗਰ ਅਨੁਰਾਗ ਇਹ ਤੱਥ ਸਪਸ਼ਟ ਨਹੀਂ ਕਿ ਛੁੱਟੀ ਉਹਨਾਂ ਨੇ ਮਰਜ਼ੀ ਨਾਲ ਲਈ ਜਾਂ ਛੁੱਟੀ ਭੇਜੇਗੇ, ਤੁਹਾਡਾ ਕਹਿਣ ਦਾ ਮਤਲਬ ਇਹ ਹੈ? ਬਿਲਕੁਲ ਕਹਿਣ ਦਾ ਮਤਲਬ ਹੈ ਵੇ ਕਿ ਜਿਹੜਾ ਅੱਜ ਅਨੁਰਾਗ ਅਗਰਵਾਲ ਉਹਨਾਂ ਦੀ ਚਿੱਠੀ ਲੀਕ ਹੋਈ ਹੈ, ਉਹ ਪਹਿਲੇ ਤੇ ਸਾਨੂੰ ਇਹ ਵੀ ਗੱਲ ਕਹਿਣਾ ਗਲਤ ਹੈਗਾ ਕਿ ਲੀਕ ਹੋਈ ਹੈ। ਜੇ ਐਡੀਸ਼ਨਲ ਚੀਫ ਸੈਕਟਰੀ ਲੈਵਲ ਦਾ ਕੋਈ ਚਿੱਠੀ ਲਿਖਦਾ ਹੈ ਕਿਸੇ ਪੁਲਿਸ ਅਫਸਰ ਨੂੰ, ਉਹ ਵੀ ਹੋਮ ਡਿਪਾਰਟਮੈਂਟ ਦਾ, ਉਹ ਚਿੱਠੀ ਲੀਕ ਨਹੀਂ ਹੁੰਦੀ, ਉਹ ਡੈਲੀਬਰੇਟਲੀ ਲੀਕ ਕੀਤੀ ਜਾਂਦੀ ਹੈ। ਉਹ ਮੀਡੀਆ ਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਇਸ ਮੁੱਦੇ ਤੇ ਜਿਹੜੇ ਸਿੱਧੂ ਨੇ ਸਾਨੂੰ 5 ਦਿੱਤੇ ਸੀਗੇ ਉਹਦੇ ਵਿੱਚ ਕਾਫੀ ਐਕਟਿਵ ਹਾਂ ਤੇ ਅਸੀਂ ਉਸੇ ਅਫਸਰ ਨੂੰ ਟੰਗਣ ਦੇ ਮੂਡ 'ਚ ਹੈਗੇ ਹਾਂ ਜਿਸ ਅਫਸਰ ਨੇ ਇਹ ਰਿਪੋਰਟ ਸਿੱਧੂ ਨੂੰ ਲੀਕ ਕੀਤੀ ਸੀਗੀ। ਕਿਉਂਕਿ ਜੇ ਸਿੱਧੂ ਉਹਨਾਂ ਨੂੰ ਇਹ ਰਿਪੋਰਟ ਲੀਕ ਹੋਈ ਸੀਗੀ ਜਾਂ ਸਿੱਧੂ ਉਹਨਾਂ ਕੋਲ ਬੰਦ ਲਿਫਾਫਾ ਸੀਗਾ ਤੇ ਜ਼ਰੂਰ ਕਿਸੇ ਨਾ ਕਿਸੇ ਜਗ੍ਹਾ ਮੁੱਖ ਸਰੋਤ ਤੋਂ ਹੀ ਆਇਆ ਹੋਏਗਾ। ਤੇ ਇਸ ਗੱਲ ਦੀ ਰੰਜਿਸ਼ ਨੂੰ ਕੱਢਣ ਵਾਸਤੇ ਅਨੁਰਾਗ ਅਗਰਵਾਲ ਉਹਨਾਂ ਦੀ ਅੱਜ ਦੀ ਚਿੱਠੀ ਸੀਗੀ। ਹੁਣ ਸਵਾਲ ਇਹ ਪੈਦਾ ਹੁੰਦਾ ਰੰਧਾਵਾ ਜੀ ਕਿ ਸਿੱਧੂ ਹੋਣਾ, ਹਰਪ੍ਰੀਤ ਸਿੱਧੂ ਹੋਣਾ ਇਸ ਚਿੱਠੀ ਦਾ ਕੀ ਜਵਾਬ ਦਿੰਦੇ ਨੇ। ਹਾਲਾਂਕਿ ਉਹਨਾਂ ਨੇ ਆਪਣੇ ਇੱਕ ਬਿਆਨ ਦੇ ਵਿੱਚ ਇਹ ਤੇ ਮੀਡੀਆ ਨੂੰ ਕਿਹਾ ਹੈ ਕਿ ਮੈਂ ਇਸ ਚਿੱਠੀ ਦਾ ਜਵਾਬ ਮੀਡੀਆ ਦੇ ਰਾਹੀਂ ਨਹੀਂ ਦੇਣਾ ਚਾਹੁੰਦਾ, ਇਹ ਇੱਕ ਡਿਪਾਰਟਮੈਂਟਲ ਇਸ਼ੂ ਹੈ ਤੇ ਮੈਂ ਉਹਨਾਂ ਨੂੰ ਬਕਾਇਦਾ ਚਿੱਠੀ ਲਿਖ ਕੇ ਹੀ ਜਵਾਬ ਦੂੰਗਾ। ਜੇ ਉਹ ਚਿੱਠੀ ਡੈਲੀਬਰੇਟਲੀ ਲੀਕ ਹੋ ਜਾਂਦੀ ਹੈ, ਡੈਲੀਬਰੇਟਲੀ ਨੂੰ ਆਪਾਂ ਇਨਵਰਟਡ ਕੋਮਾ 'ਚ ਕਹਿੰਦੇ ਆ ਕਿ ਉਹ ਵੀ ਅਗਰ ਜਾਣਬੁੱਝ ਕੇ ਲੀਕ ਹੋ ਜਾਂਦੀ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਵੀ ਸਰਕਾਰ ਵਾਸਤੇ ਬੜੀ ਮੁਸ਼ਕਿਲਾਂ ਪੈਦਾ ਹੋ ਸਕਦੀ ਹੈ। ਕਿਉਂਕਿ ਉਸ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਜਾਣਾ ਹੈ ਔਰ ਜੋ ਕਾਲਾ ਮਾਲਾ ਇਸ ਮੁੱਦੇ ਤੇ ਹੋਇਆ ਹੈ, ਹਰਪ੍ਰੀਤ ਸਿੱਧੂ ਉਹਨਾਂ ਨੂੰ ਜਾਂ ਤੇ ਆਪਣੀ ਬਲੀ ਦੇਣ ਵਾਸਤੇ ਤਿਆਰ ਹੋਣਗੇ ਜਾਂ ਫਿਰ ਉਹਨਾਂ ਨੂੰ ਸਰਕਾਰ ਨੂੰ ਕਟਾਰੇ ਦੇ ਵਿੱਚ ਖੜਾ ਹੀ ਕਰਨਾ ਪਏਗਾ ਤੇ ਜਾਂ ਫਿਰ ਕੋਈ ਸਖਤ ਐਕਸ਼ਨ ਹੋਣ ਵਾਲਾ ਹੈ, ਇਹ ਵੀ ਕਹਿ ਸਕਦੇ ਆ। ਇਹ ਵੀ ਕਹਿ ਸਕਦੇ ਹਾਂ ਕਿ ਸਖਤ ਐਕਸ਼ਨ ਹੋਣ ਵਾਲਾ ਹੈ। ਪਰ ਗੱਲ ਅਗਰ ਅਸੀਂ ਉਸ ਐਕਸ਼ਨ ਟੇਕਨ ਰਿਪੋਰਟ ਦੀ ਗੱਲ ਕਰਦੇ ਹਾਂ, ਤੁਸੀਂ ਇਹ ਦੇਖੋ ਕਿ ਅੱਜ ਤੱਕ ਨਾ ਕਦੀ ਸਰਕਾਰ ਨੇ, ਨਾ ਨਵਜੋਤ ਸਿੰਘ ਸਿੱਧੂ ਨੇ, ਨਾ ਹਰਪ੍ਰੀਤ ਸਿੱਧੂ ਨੇ, ਨਾ ਕਿਸੇ ਹੋਮ ਮਿਨਿਸਟਰੀ ਦੇ ਅਫਸਰ ਨੇ, ਨਾ ਕਦੀ ਚੀਫ ਸੈਕਟਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਬੰਦ ਲਿਫਾਫੇ ਦੀ ਰਿਪੋਰਟ ਦੇ ਉੱਤੇ ਸਰਕਾਰ ਆਪਣਾ ਐਕਸ਼ਨ ਲੈ ਕੇ ਐਕਸ਼ਨ ਟੇਕਨ ਰਿਪੋਰਟ ਹਾਈ ਕੋਰਟ ਦੇ ਵਿੱਚ ਸਬਮਿਟ ਕਰਾ ਚੁੱਕੀ ਹੈ। ਪਰ ਜਿਹੜਾ ਅੱਜ ਦੀ ਚਿੱਠੀ ਜਾਂਦੀ ਹੈ ਉਹਦੇ ਹਿਸਾਬ ਨਾਲ ਉਸ ਐਕਸ਼ਨ ਟੇਕਨ ਰਿਪੋਰਟ ਦੀ ਤੇ ਕੋਈ ਗੱਲ ਹੀ ਨਹੀਂ ਹੋ ਰਹੀ। ਉਹ ਤੇ ਉਸ ਸਿੱਧੂ ਅਫਸਰ ਨੂੰ ਹੀ ਇਹ ਪੁੱਛਣਾ ਚਾਹੁੰਦੇ ਨੇ, ਏਡੀਜੀਪੀ ਲੈਵਲ ਦੇ ਅਫਸਰ ਨੇ, ਹਰਪ੍ਰੀਤ ਸਿੱਧੂ ਬੜੇ ਸੀਨੀਅਰ ਅਫਸਰ ਨੇ ਔਰ ਉਹਨਾਂ ਦੀ ਇਮਾਨਦਾਰੀ ਦੇ ਬਾਰੇ 'ਚ ਵੀ ਡਿਪਾਰਟਮੈਂਟ ਦੇ ਵਿੱਚ ਕਾਫੀ ਮਸ਼ਹੂਰੀ ਹੈਗੀ ਹੈ ਕਿ ਉਹ ਇੱਕ ਇਮਾਨਦਾਰ ਅਫਸਰਾਂ ਦੇ ਤੌਰ ਤੇ ਉਹਨਾਂ ਦਾ ਨਾਮ ਵੱਜਦਾ ਹੈ। ਇੱਦਾਂ ਦੇ ਹਾਲਾਤ ਵਿੱਚ ਅਗਰ ਉਹ ਐਕਸ਼ਨ ਟੇਕਨ ਰਿਪੋਰਟ ਸੀਗੀ ਫਿਰ ਇਹ ਚਿੱਠੀ ਲਿਖਣ ਦੀ ਲੋੜ ਹੀ ਨਹੀਂ ਸੀਗੀ। ਯਾਨੀ ਉਸ ਐਕਸ਼ਨ ਟੇਕਨ ਰਿਪੋਰਟ ਜਿਹਦੇ ਵਿੱਚ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਉਹਨੂੰ ਦਬਾਉਣ ਵਾਸਤੇ ਇਸ ਚਿੱਠੀ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ। ਜੇ ਸਿੱਧੂ ਉਹਨਾਂ ਨੂੰ ਵੀ ਉਸ ਐਕਸ਼ਨ ਟੇਕਨ ਰਿਪੋਰਟ ਦੇ ਬਾਰੇ 'ਚ ਵਾਕਈ ਨਹੀਂ ਪਤਾ ਤੇ ਉਹ ਆਪਣੀ ਚਿੱਠੀ ਆਪਣੇ ਜਵਾਬ ਦੇ ਵਿੱਚ ਇਸ ਗੱਲ ਦਾ ਖੁਲਾਸਾ ਕਰ ਸਕਦੇ ਨੇ ਕਿ ਜਦ ਮੈਨੂੰ ਛੁੱਟੀ ਭੇਜਿਆ ਸੀਗਾ ਜਾਂ ਜਦ ਮੈਨੂੰ ਤੁਸੀਂ ਚੀਫ ਮਿਨਿਸਟਰ ਆਫਿਸ ਦੇ ਵਿੱਚ ਲਾ ਦਿੱਤਾ ਗਿਆ ਸੀਗਾ, ਜਦ ਮੇਰੇ ਅੰਡਰ ਐਸਟੀਐਫ ਨਹੀਂ ਸੀਗੀ, ਉਸ ਤੋਂ ਬਾਅਦ ਤੁਸੀਂ ਜਿਹੜੀ ਐਕਸ਼ਨ ਟੇਕਨ ਰਿਪੋਰਟ ਉੱਥੇ ਸਬਮਿਟ ਕੀਤੀ ਸੀਗੀ ਉਹ ਕੀ ਕੀਤੀ ਸੀਗੀ। ਮੈਨੂੰ ਇਹ ਲੱਗਦਾ ਹੈ ਕਿ ਗੱਲ ਹੁਣ ਸਿਰੇ ਜਾ ਕੇ ਲੱਗੇਗੀ ਔਰ ਕਿਸੇ ਨਾ ਕਿਸੇ ਜਾ ਕੇ ਵੱਜੇਗੀ ਵੀ, ਲੱਗੇਗੀ ਵੀ ਔਰ ਵੱਜੇਗੀ ਵੀ। ਲੁਧਿਆਣੇ ਸਿੱਟਾ ਕੱਢਣਾ ਹੀ ਪਏਗਾ।
ਬਿਲਕੁਲ, ਲੁਧਿਆਣੇ ਦੇ ਉਹ ਸਰਪੰਚ ਦਾ ਮਾਮਲਾ ਜਿਹਦੇ ਹੱਥ ਬੜੇ ਦੂਰ ਤੱਕ ਸੀਗੇ ਤੇ ਨਾਲ ਜੁੜਦੇ ਵਿਅਕਤੀਆਂ ਦੇ ਹੱਥਾਂ ਦੀ ਵੀ ਸਿਆਹੀ ਜਿਹੜੀ ਸੀ ਉਹਨਾਂ ਦੇ ਰੰਗ ਲਾਲ ਲਾਲ ਸੀਗੇ। ਸਵਾਲ ਤਾਂ ਇਹ ਹੈ ਕਿ ਇਹ ਕ੍ਰੈਡਿਟ ਅਨੁਰਾਗ ਅਗਰਵਾਲ ਨੂੰ ਵੀ ਜਾਣਾ ਬਣਦਾ, ਜਿਹੜੇ ਕਿ ਐਡੀਸ਼ਨਲ ਚੀਫ ਸੈਕਟਰੀ ਆ, ਜਿਨ੍ਹਾਂ ਨੇ ਇਨੀਸ਼ੀਏਟ ਕੀਤਾ ਹੈ ਤਾਂ ਕਿ ਗੱਲ ਤੁਰੀ ਤਾਂ ਹੈ ਨਾ ਜੀ। ਗੱਲ ਭਾਵੇਂ ਅਫਸਰਾਂ ਦੇ ਆਪਸੀ ਟਕਰਾਅ ਦੀ ਹੋਵੇ ਜਾਂ ਇੱਕ ਦੂਜੇ ਨਾਲ ਚਿੱਠੀ ਪੱਤਰ ਦੀ ਹੋਵੇ, ਗੱਲ ਜਦੋਂ ਤੁਰਦੀ ਆ ਫਿਰ ਕਿਸੇ ਪਾਸੇ ਤਾਂ ਲੱਗਦੀ ਆ। ਮੈਂ ਇਹ ਸਵਾਲ ਫਿਰ ਇੱਕ ਵਾਰੀ ਦੁਹਰਾ ਦਿਆਂ ਭਾਸਕਰ ਸਾਹਿਬ, ਸੱਚਮੁੱਚ ਜਦੋਂ ਹਾਈ ਕੋਰਟ ਮਾਣਯੋਗ ਉੱਚ ਅਦਾਲਤ ਨੇ ਈਡੀ ਨੂੰ ਵੀ ਕਿਹਾ ਸੀ ਰਿਪੋਰਟ ਸਬਮਿਟ ਕਰਨ ਲਈ, ਉਸ ਤੋਂ ਬਾਅਦ ਈਡੀ ਦੀ ਰਿਪੋਰਟ ਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਨੇ ਰਿਪੋਰਟ ਪੇਸ਼ ਕੀਤੀ ਸੀ, ਉਸੇ ਹੀ ਸਮੇਂ 'ਚ ਇੱਕ ਹੋਰ ਮਸਲਾ ਪੈਦਾ ਹੋ ਗਿਆ ਸੀ। ਤੁਹਾਨੂੰ ਯਾਦ ਹੋਣਾ ਕਿ ਇੱਕ ਵੱਡਾ ਪੁਲਿਸ ਅਫਸਰ ਹਰਪ੍ਰੀਤ ਸਿੱਧੂ ਦੇ ਖਿਲਾਫ ਵੀ ਅਦਾਲਤ ਕੋਲ ਚਲੇ ਗਿਆ ਸੀ ਕਿ ਮੈਂ ਇਹਨਾਂ ਕੋਲੋਂ ਜਿਹੜੀ ਜਾਂਚ ਨਹੀਂ ਕਰਵਾਉਣੀ। ਉਦੋਂ ਉਹ ਚੱਟੋਪਾਧਿਆਏ ਜਿਹੜੇ ਉਦੋਂ ਸ਼ਾਇਦ ਆਈਜੀ ਹੋਣਗੇ ਜਾਂ ਹੁਣ ਐਡੀਸ਼ਨਲ ਡੀਜੀ ਨੇ, ਉਹਨਾਂ ਨੂੰ ਉਹ ਐਸਆਈਟੀ ਦਾ ਮੁਖੀ ਲਾਤਾ ਗਿਆ ਸੀਗਾ। ਉਹਨਾਂ ਦੀ ਵੀ ਰਿਪੋਰਟ ਉੱਥੇ ਸਬਮਿਟ ਕੀਤੀ ਆ। ਇਹਨਾਂ ਸਾਰਿਆਂ ਨੂੰ ਕਲੱਬ ਕਰਨ ਤੋਂ ਬਾਅਦ ਮੇਰੇ ਖਿਆਲ ਉਹ ਗਵਰਨਮੈਂਟ ਨੂੰ ਰਿਪੋਰਟ ਵਾਪਸ ਕਰਦਿਆਂ ਇਹ ਪੁੱਛਿਆ ਗਿਆ ਸੀ ਕਿ ਐਕਸ਼ਨ ਟੇਕਨ ਰਿਪੋਰਟ ਇਹਦੇ ਤੇ ਦਿਓ। ਮਹੀਨੇ ਦੀ ਬਜਾਏ ਉਹ ਸਮਾਂ ਕਹਿੰਦੇ ਵੱਧ ਲੱਗਿਆ। ਸਾਡੇ ਸੋਰਸ ਦੱਸਦੇ ਆ ਕਿ 2-3 ਮਹੀਨੇ ਬਾਅਦ ਇੱਕ ਐਕਸ਼ਨ ਟੇਕਨ ਰਿਪੋਰਟ ਸ਼ਾਇਦ ਸਬਮਿਟ ਹੋਈ ਆ। ਉਹ ਐਕਸ਼ਨ ਟੇਕਨ ਰਿਪੋਰਟ ਕੀ ਆ ਉਹਦੇ ਬਾਰੇ ਅਜੇ ਕੋਈ ਪਤਾ ਨਹੀਂ, ਕਿਉਂਕਿ ਜ਼ਮੀਨ ਦੇ ਉੱਤੇ ਐਕਸ਼ਨ ਕੀ ਲਏ ਗਏ ਆ ਇਹਦੇ ਬਾਰੇ ਵੀ ਸਰਕਾਰ ਨੇ ਅਜੇ ਸਪਸ਼ਟ ਹੋਣਾ। ਕਿਉਂਕਿ ਕੈਪਟਨ ਸਾਹਿਬ ਦਾ ਸਭ ਤੋਂ ਪ੍ਰਮੁੱਖ ਵਾਅਦਾ ਗੁਟਕਾ ਸਾਹਿਬ ਦੀ ਸਹੁੰ ਤੇ ਲੋਕਾਂ ਨਾਲ ਕਿ ਮੈਂ 4 ਹਫ਼ਤੇ 'ਚ ਨਸ਼ੇ ਦਾ ਲੱਕ ਤੋੜ ਦੂੰਗਾ, ਉਹ ਸਵਾਲ ਅਜੇ ਖੜੇ ਨੇ। ਅਗਲੀ ਇਲੈਕਸ਼ਨ 'ਚ ਉਹ ਫੇਸ ਕਰਨੇ ਪੈਣੇ ਆ। ਸੋ ਮੈਨੂੰ ਲੱਗਦਾ ਇਹ ਸਵਾਲ ਕੱਢ ਕੇ, ਜਿਹਨੂੰ ਕਹਿੰਦੇ ਹੁੰਦੇ ਨਾ ਸਵਾਲ ਕੱਢਣਾ, ਮਤਲਬ ਇਹ ਮਸਲੇ ਐਡਰੈਸ ਕਰਕੇ ਹੀ ਅੱਗੇ ਤੁਰਨਗੇ। ਮੈਂ ਅਗਲੇ ਮੁੱਦੇ ਤੋਂ ਪਹਿਲਾਂ ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ, ਉਹਨਾਂ ਨੂੰ ਸੁਣ ਲਵਾਂ ਜੀ। ਕੁਝ ਦਿਨ ਪਹਿਲੇ ਰੰਧਾਵਾ ਜੀ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਟਵੀਟ ਕੀਤਾ ਸੀਗਾ ਜਿਹਦੇ ਵਿੱਚ ਡੀਜੀਪੀ ਨੂੰ ਪੁੱਛਿਆ ਸੀਗਾ ਕਿ ਭੋਲੇ ਉਹਨਾਂ ਨੇ ਜਿਹੜੀ ਅਦਾਲਤ ਦੇ ਬਾਹਰ ਮੀਡੀਆ ਨੂੰ ਜਿਹੜੀ ਸਟੇਟਮੈਂਟ ਦਿੱਤੀ ਸੀਗੀ, ਉਸ ਸਟੇਟਮੈਂਟ ਦੇ ਉੱਤੇ ਤੁਸੀਂ ਕੀ ਐਕਸ਼ਨ ਲਿੱਤਾ। ਪਰ ਡੀਜੀਪੀ ਉਹਨਾਂ ਨੇ ਸਿੱਧੂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਸੀਗਾ। ਜੇ ਇਹੀ ਜਵਾਬ ਆਫੀਸ਼ੀਅਲੀ ਪੁੱਛਿਆ ਜਾਏ ਤੇ ਡੀਜੀਪੀ ਸਾਹਿਬ ਨੂੰ ਇਸ ਗੱਲ ਦਾ ਜਵਾਬ ਦੇਣਾ ਪਏਗਾ, ਔਰ ਉਹ ਵੀ ਕਿਸੇ ਨਾ ਕਿਸੇ ਜਗ੍ਹਾ ਕਸੂਤੇ ਫਸੇ ਨਜ਼ਰ ਆਉਣਗੇ। ਹਜੇ ਤੇ ਗੱਲ ਸ਼ੁਰੂ ਹੋਈ ਹੈ, ਹਜੇ ਤੇ ਚਿੱਠੀ ਸ਼ੁਰੂ ਹੋਈ ਹੈ। ਅੱਗੇ ਜਾ ਕੇ ਜਦ ਡਾਇਰੈਕਟ ਸਵਾਲ ਹੋਣਗੇ ਉਹਨਾਂ ਅਫਸਰਾਂ ਨੂੰ, ਉਹਨਾਂ ਲੋਕਾਂ ਨੂੰ ਜੋ ਸਿੱਧੇ ਇਸ ਸਾਰੇ ਡਰੱਗ ਰੈਕੇਟ ਦੇ ਉੱਤੇ ਪਰਦਾ ਪਾਉਣ ਦੇ ਵਿੱਚ ਜਿਹੜੇ ਇਨਵੋਲਵ ਹੈਗੇ ਨੇ, ਤੇ ਗੱਲ ਬਹੁਤ ਅੱਗੇ ਤੱਕ ਜਾਏਗੀ। ਔਰ ਜਿਹੜੇ ਅਫਸਰ ਦੀ ਤੁਸੀਂ ਗੱਲ ਕਰ ਰਹੇ ਹੋ, ਇੰਸਪੈਕਟਰ ਇੰਦਰਜੀਤ, ਉਹਨਾਂ ਇੱਕ ਸਾਰੇ ਪੁਲਿਸ ਅਫਸਰਾਂ ਦੇ ਜਿਹੜੇ ਵੀ ਐਸਐਸਪੀ ਭਾਵੇਂ ਜਲੰਧਰ ਲੱਗਦੇ ਸੀ, ਭਾਵੇਂ ਤਰਨਤਾਰਨ ਲੱਗਦੇ ਸੀ, ਉਹ ਸਾਰਿਆਂ ਦੇ ਬੜੇ ਫੇਵਰੇਟ ਆਫੀਸਰ ਸੀਗੇ। ਔਰ ਸਭ ਤੋਂ ਵੱਧ ਨਸ਼ਾ ਉਹ ਫੜਦੇ ਸੀਗੇ। ਔਰ ਹਰ ਦੂਜੇ ਤੀਜੇ ਦਿਨ ਇੰਦਰਜੀਤ ਉਹਨਾਂ ਦੀ ਫੋਟੋ ਅਖਬਾਰ ਦੇ ਵਿੱਚ ਛਪਦੀ ਸੀ ਕਿ ਇੰਨਾ ਡਰੱਗ ਫੜੀ, ਇੰਨਾ ਪੁੱਛਾ। ਔਰ ਇਹ 2-3 ਇੰਸਪੈਕਟਰਾਂ ਦੀ, ਪੁਲਿਸ ਅਫਸਰਾਂ ਦੀ ਇੱਕ ਜੁੰਡਲੀ ਸੀਗੀ ਜੋ ਹਮੇਸ਼ਾ ਡਰੱਗ ਦੇ ਮਾਮਲੇ ਦੇ ਵਿੱਚ ਕਿਸੇ ਵੀ ਅਫਸਰ ਵਾਸਤੇ ਵੱਧ ਚੜ ਕੇ ਕੰਮ ਕਰਦੇ ਸੀਗੇ। ਔਰ ਜਦ ਉਹਨਾਂ ਮੋਗਾ ਦੇ ਐਸਐਸਪੀ ਦੀ ਗੱਲ ਅੱਗੇ ਆਈ ਤੇ ਉਹ ਵੀ ਚਿੱਠੀ ਦੇ ਵਿੱਚ ਹੀ ਗੱਲ ਰੁਲ ਗਈ। ਅੱਜ ਤੱਕ ਉਹਨਾਂ ਦੇ ਖਿਲਾਫ ਵੀ ਕੋਈ ਬਹੁਤਾ ਐਕਸ਼ਨ ਨਹੀਂ ਹੋਇਆ। ਮੈਨੂੰ ਇਹ ਲੱਗਦਾ ਹੈ ਕਿ ਹੁਣ ਚਿੱਠੀਆਂ ਲੀਕ ਹੋਣੀ ਸ਼ੁਰੂ ਹੋ ਗਈਆਂ। ਅੱਜ ਅਨੁਰਾਗ ਅਗਰਵਾਲ ਉਹਨਾਂ ਦੀ ਚਿੱਠੀ ਲੀਕ ਹੋਈ ਜਾਂ ਡੈਲੀਬਰੇਟਲੀ ਲੀਕ ਹੋਈ, ਅੱਗੇ ਚੱਲ ਕੇ ਹਰਪ੍ਰੀਤ ਸਿੱਧੂ ਉਹਨਾਂ ਦੀ ਵੀ ਚਿੱਠੀ ਏਦਾਂ ਹੀ ਕਿਤੇ ਲੀਕ ਹੋ ਗਈ ਰਸਤੇ 'ਚੋਂ, ਤੇ ਮੈਨੂੰ ਸਰਕਾਰ ਨੂੰ ਇੱਕ ਮੁਸੀਬਤ ਹੁੰਦੀ ਨਜ਼ਰ ਆਉਂਦੀ ਹੈ। ਜਾਂ ਕੰਮ ਕਰੋ ਜਾਂ ਫਸੇ ਰਹੋ। ਸਵਾਲ ਤਾਂ ਸਿੱਧਾ ਜਿਹਾ, ਫਸਣ ਦੀ ਗੱਲ ਉਦੋਂ ਹੁੰਦੀ ਨਹੀਂ ਜਦੋਂ ਨੀਅਤ ਸਾਫ਼ ਹੋਵੇ ਤੇ ਹਰ ਕੰਮ ਸਿੱਧੀ ਲੀਹ ਤੇ ਤੁਰਿਆ ਜਾਵੇ। ਮੈਨੂੰ ਇੱਕ ਬਹੁਤ ਵੱਡੇ ਅਫਸਰ, ਕੇਂਦਰ ਦੇ ਇੱਕ ਬਹੁਤ ਵੱਡੇ ਅਫਸਰ, ਖਾਸ ਤੌਰ ਤੇ ਜਿਹੜੇ ਇਹਨਾਂ ਮਸਲਿਆਂ ਨੂੰ ਡੀਲ ਕਰਦੇ ਰਹੇ, ਉਹਨਾਂ ਨੇ ਗੈਰ ਰਸਮੀ ਗੱਲਬਾਤ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਕੀ ਕਹੀਏ, ਪੰਜਾਬ ਦੀ ਨਸ 'ਚ ਕੀ ਭਰਿਆ ਜਾ ਰਿਹਾ, ਕੀ ਕਹੀਏ ਕਿ ਕੌਣ ਸ਼ਾਮਲ ਨੇ, ਕੀ ਕਹੀਏ ਕਿ ਕਿੱਥੇ ਇਨਵੈਸਟੀਗੇਸ਼ਨ ਦੀ ਲੋੜ ਆ। ਦਰਦ ਬੜਾ, ਉਛਲਣਾ ਬਾਕੀ ਆ। ਇੱਥੇ ਵੈਣ ਪੈਂਦੇ ਕਿਸੇ ਨੂੰ ਦਿਸਦੇ ਨਹੀਂ। ਔਰ ਜੋ ਨਸ਼ਿਆਂ ਨੇ ਪੱਟਤਾ, ਉਹ ਕਦੇ ਜੇ ਬੇਪਰਦ ਹੋ ਜੇ, ਉਹ ਚਿਹਰੇ ਬੇਨਕਾਬ ਹੋ ਜਾਣ, ਕਹਿੰਦੇ ਖਲੋਣ ਦੀ ਜਗ੍ਹਾ ਨਾ ਲੱਭੇ। ਕਿੱਥੇ ਕੀ ਕੁਝ ਵਾਪਰ ਰਿਹਾ। ਸੋ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਲੇਕਿਨ ਹੁਣ ਇਸ ਵੇਲੇ ਮੌਕਾ ਕਿ ਪੰਜਾਬੀ ਠੀਕ ਤਰੀਕੇ ਨਾਲ ਫੈਸਲੇ ਲੈਣਾ ਸਿੱਖ ਜਾਣ। ਤੁਹਾਨੂੰ ਬੱਚੇ ਬਾਹਰ ਨੂੰ ਭੇਜਣੇ ਨਾ ਪੈਣ, ਧੱਕਣੇ ਨਾ ਪੈਣ, ਤੁਹਾਨੂੰ ਘਰ-ਬਾਰ ਵੇਚ ਕੇ ਬੱਚੇ ਪੜ੍ਹਾਈਆਂ ਨਾ ਕਰਾਉਣੀਆਂ ਪੈਣ। ਵੈਸੇ ਤਾਂ ਅੱਜ ਕੱਲ ਸਿਆਸੀ ਪਾਰਟੀਆਂ ਨੇ ਵਾਅਦਿਆਂ 'ਚ ਕਹਿਣਾ ਸ਼ੁਰੂ ਕਰਤਾ, ਆਈਲੈਟ ਫ੍ਰੀ ਕਰਾ ਦਿਆਂਗੇ ਤੇ ਕਰਜ਼ਾ ਵੀ ਦੇ ਦਿਆਂਗੇ, ਜਾਓ ਬਾਹਰ, ਇੱਥੇ ਤੁਹਾਡੀ ਲੋੜ ਨਹੀਂ। ਇੱਥੇ ਸਾਨੂੰ ਜਿਹੜੇ ਚਾਹੀਦੇ ਆ ਬਹੁਤੇ ਪੜ੍ਹੇ ਲਿਖੇ ਨਹੀਂ ਚਾਹੀਦੇ, ਸਿਰਾਂ ਵਾਲੇ ਨਹੀਂ ਚਾਹੀਦੇ,
ਆ ਪਾਰਲੀਮੈਂਟ ਦੇ ਬਾਹਰ ਰਫੜ ਜਿਹਾ ਪੈਂਦਾ ਸੁਣੀਦਾ ਰਿਹਾ। ਹਰਸਿਮਰਤ ਬਾਦਲ ਔਰ ਰਵਨੀਤ ਬਿੱਟੂ ਦੇ ਵਿੱਚ ਕਾਫੀ ਕਹਾ ਸੁਣੀ ਹੋਈ, ਦੋਨਾਂ ਚੋਂ ਖੱਟਿਆ ਕਿੰਨੇ ਤੇ ਗਵਾਇਆ ਕਿੰਨੇ। ਇੰਜ ਲੱਗਦਾ ਸੀ ਇੱਕ ਮੀਡੀਆ ਦੀ ਇੱਕ ਟਰਾਇਲ ਜਿਹਾ ਹੋ ਰਿਹਾ ਸੀ, ਜਾਂ ਇੱਕ ਈਵੈਂਟ ਕ੍ਰੀਏਟ ਕਰ ਲਿਆ ਗਿਆ। ਕੀ ਕਹਿੰਦੇ ਹੋ? ਜੋ ਕੁਝ ਪਾਰਲੀਮੈਂਟ ਦੇ ਗੇਟ ਵਿੱਚ ਅੱਜ ਹੋਇਆ, ਏਦਾਂ ਲੱਗਦਾ ਸੀ ਜਿੱਦਾਂ ਕਦੇ ਕਿਸੇ ਮੁਹੱਲੇ ਦੇ ਵਿੱਚ ਕੋਈ ਲੜਾਈ ਜੀ ਚੱਲਦੀ ਹੈ, ਔਰ ਉਸ ਮੁਹੱਲੇ ਦੀ ਲੜਾਈ ਦੇ ਵਿੱਚ ਇੱਕ ਜਨਾਨੀ ਤੇ ਇੱਕ ਬੰਦਾ ਲੜੀ ਜਾਂਦੇ ਨੇ। ਮੁੱਦਾ ਕੀ ਹੈ ਉਹ ਜਦ ਤੁਸੀਂ ਧਿਆਨ ਦੇ ਕੇ ਸੁਣਨ ਦੀ ਕੋਸ਼ਿਸ਼ ਕਰਦੇ ਤੇ ਤੁਹਾਨੂੰ ਉਹ ਮੁੱਦਾ ਇੱਕ ਬੜਾ ਵੱਡਾ ਮੁੱਦਾ ਨਜ਼ਰ ਆਉਂਦਾ ਹੈ। ਜਦ ਰਵਨੀਤ ਸਿੰਘ ਬਿੱਟੂ ਉਹਨਾਂ ਹਰਸਿਮਰਤ ਕੌਰ ਬਾਦਲ ਜਿਹੜੀ ਗੇਟ ਤੇ ਖੜੀ ਸੀਗੀ ਤਖਤੀਆਂ ਲੈ ਕੇ, ਉਹਨੂੰ ਇਲਜ਼ਾਮ ਲਾਉਂਦੇ ਨੇ ਕਿ ਬੀਬੀ ਜੀ ਤੁਸੀਂ ਲੋਕੀ ਤੁਸੀਂ ਜਿਹੜੇ 3 ਕਾਨੂੰਨ ਪਾਸ ਕਰਾਏ ਨੇ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਿਲ ਸੀਗੇ, ਤੇ ਹਰਸਿਮਰਤ ਕੌਰ ਬਾਦਲ ਦੇ ਮੂੰਹ ਚੋਂ ਨਿਕਲ ਜਾਂਦਾ ਵੀ ਮੈਂ ਨਹੀਂ ਸੀ ਮੰਤਰੀ, ਤੁਸੀਂ ਨਹੀਂ ਸੀਗੇ। ਯਾਨੀ ਉਹ ਬਹਿਸ ਕਿਸੇ ਨਾ ਕਿਸੇ ਜਗ੍ਹਾ ਇਸ ਲੈਵਲ ਤੇ ਪਹੁੰਚ ਜਾਂਦੀ ਹੈ ਕਿ ਕੌਣ ਜਿੱਤਿਆ ਕੌਣ ਹਾਰਿਆ। ਇਹ ਗੱਲ ਤੇ ਜਿੰਨੇ ਜਿਸ ਤਰੀਕੇ ਨਾਲ ਸਮਝਣਾ ਹੋਏ ਉਹ ਸਮਝ ਲੇ, ਪਰ ਦੋ ਪੰਜਾਬ ਦੇ ਐਮਪੀਆਂ ਦਾ ਵੱਖ-ਵੱਖ ਪਾਰਟੀਆਂ ਦੇ ਏਦਾਂ ਪਾਰਲੀਮੈਂਟ ਦੇ ਗੇਟ ਤੇ ਖੜੇ ਹੋ ਕੇ ਪਬਲਿਕਲੀ ਬਹਿਸ ਕਰਨਾ, ਇਹ ਇੱਕ ਮੰਦਭਾਗੀ ਘਟਨਾ ਸੀਗੀ। ਮੁੱਦਾ ਬੜਾ ਗੰਭੀਰ ਸੀਗਾ। ਉਸ ਗੰਭੀਰ ਮੁੱਦੇ ਦੇ ਉੱਤੇ ਤੁਸੀਂ ਇੱਕ ਦੂਜੇ ਨੂੰ ਐਕਸਪੋਜ਼ ਕਰਨ ਦੇ ਵਿੱਚ ਹੀ ਸਮਾਂ ਵੇਸਟ ਕੀਤਾ, ਔਰ ਉਸ ਪ੍ਰੋਟੈਸਟ ਨੂੰ ਇੱਕ ਮਜ਼ਾਕ ਬਣਾ ਕੇ ਰੱਖਤਾ। ਉਹਦੇ ਵਿੱਚ ਗਲਤੀਆਂ ਦੋਨਾਂ ਦੀ ਹੈਗੀਆਂ। ਭਾਵੇਂ ਕਾਂਗਰਸ ਦੇ ਐਮਪੀ, ਕਾਂਗਰਸ ਦੇ ਆਗੂ ਇਹ ਗੱਲ ਕਹਿੰਦੇ ਨੇ ਕਿ ਬਿੱਟੂ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਔਰ ਉਹ ਵੀ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਵੀ ਸਾਥੀ ਜਾਂ ਅਕਾਲੀ ਦਲ ਵੀ ਇਹ ਗੱਲ ਕਹਿੰਦੇ ਨੇ ਕਿ ਬਿੱਟੂ ਆਪਣੇ ਕੀਤੇ ਕਿਰਾਏ ਤੇ ਮਾਫੀ ਮੰਗੇ। ਹੁਣ ਅਗਰ ਗੱਲ ਦੀ ਗਹਿਰਾਈ ਦੇ ਵਿੱਚ ਜਾਓ ਤੇ ਬਿੱਟੂ ਉਹਨਾਂ ਨੇ ਗੱਲ ਕੋਈ ਗਲਤ ਨਹੀਂ ਕੀਤੀ ਸੀਗੀ। ਇਹ ਗੱਲ ਬਿਲਕੁਲ ਸਹੀ ਹੈ ਕਿ ਜਦ ਇਹ ਕੈਬਨਿਟ ਦੇ ਵਿੱਚ ਪਾਸ ਹੋਇਆ ਸੀਗਾ ਉਸ ਟਾਈਮ ਹਰਸਿਮਰਤ ਕੌਰ ਬਾਦਲ ਉਹਨਾਂ ਮੋਦੀ ਦੀ ਕੈਬਨਿਟ ਦੇ ਵਿੱਚ ਮੰਤਰੀ ਹੁੰਦੇ ਸੀਗੇ, ਔਰ ਉਸ ਮੰਤਰੀ ਹੋਣ ਦੇ ਬਾਵਜੂਦ ਵੀ ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਔਰ ਆਪਣੀ ਹਰਸਿਮਰਤ ਕੌਰ ਬਾਦਲ, ਇਹ ਉਹਨਾਂ ਤਿੰਨੋਂ ਕਾਨੂੰਨਾਂ ਦੀ ਵਕਾਲਤ ਕਰਦੇ ਹੋਏ ਨਜ਼ਰ ਆਉਂਦੇ ਸੀ। ਬਕਾਇਦਾ ਵੀਡੀਓ ਪਾਈ ਸੀਗੀ। ਉਹਦੇ ਬਾਅਦ ਚੋਂ ਜਦ ਇਹ ਪਾਰਲੀਮੈਂਟ ਦੇ ਵਿੱਚ ਬਿੱਲ ਲਿਆਇਆ ਗਿਆ ਤਦ ਉਹਨਾਂ ਨੇ ਅਸਤੀਫਾ ਦੇਣ ਤੋਂ ਮਜਬੂਰ ਹੋਣਾ ਪਿਆ। ਜਦ ਬਾਦਲ ਸਾਹਿਬ ਦਾ ਘਰ ਲੰਬੀ ਦੇ ਵਿੱਚ ਬਾਦਲ ਪਿੰਡ ਦੇ ਵਿੱਚ ਘੇਰ ਲਿਆ ਗਿਆ ਸੀ ਕਿਸਾਨਾਂ ਨੇ, ਤੇ ਉਹਨਾਂ ਨੂੰ ਕੋਈ ਹੋਰ ਰਾਹ ਨਹੀਂ ਲੱਭੀ। ਉਹਨਾਂ ਨੂੰ ਤੇ ਆ ਗਿਆ ਇਸ ਗੱਲ ਦਾ ਕਿ ਅਗਰ ਅਸੀਂ ਇਹਨਾਂ ਬਿੱਲਾਂ ਦਾ, ਇਹਨਾਂ ਕਾਨੂੰਨਾਂ ਦਾ ਸਮਰਥਨ ਪਾਰਲੀਮੈਂਟ ਦੇ ਵਿੱਚ ਵੀ ਕਰਦੇ ਹਾਂ ਤੇ ਸਾਡੇ ਤੋਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਪੋਲਿਟਿਕਸ ਰਹਿ ਨਹੀਂ ਜਾਣੀ। ਅਸੀਂ ਪੋਲਿਟਿਕਸ ਦੇ ਵਿੱਚ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਣ ਦੇ ਜੋਗਾ ਵੀ ਨਹੀਂ ਰਹਿਣਾ। ਤੇ ਟਾਈਮਲੀ ਉਹਨਾਂ ਨੇ ਯੂ ਟਰਨ ਮਾਰਿਆ। ਪਰ ਗੱਲ ਜਿਹੜੀ ਰਵਨੀਤ ਬਿੱਟੂ ਉਹਨਾਂ ਨੇ ਕੀਤੀ ਸੀ ਉਹ ਬਿਲਕੁਲ ਸਹੀ ਸੀਗੀ, ਔਰ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਇਹ ਜਦ ਕਲੇਮ ਕੀਤਾ ਕਿ ਮੈਂ ਉਸ ਟਾਈਮ ਮੰਤਰੀ ਨਹੀਂ ਸੀਗੀ, ਉਹ ਸਰਾਸਰ ਗਲਤ ਸੀਗੀ। ਪਰ ਜੋ ਕੁਝ ਵੀ ਹੋਇਆ ਅਸੀਂ ਉਹਦੀ ਕੋਈ ਪ੍ਰੋੜਤਾ ਨਹੀਂ ਕਰਦੇ। ਏਦਾਂ ਦੋ ਐਮਪੀਆਂ ਦਾ ਤੂੰ ਮੈਂ ਕਰਨਾ ਔਰ ਪਾਰਲੀਮੈਂਟ ਦੇ ਵਿੱਚ ਗੇਟ ਤੇ ਲੜਨਾ, ਉਹ ਕੋਈ ਪੰਜਾਬ ਜਾਂ ਪੰਜਾਬੀਆਂ ਨੂੰ ਸ਼ੋਭਾ ਨਹੀਂ ਦਿੰਦਾ। ਅਸੀਂ ਤੇ ਇੰਨਾ ਕਹਿਣਾ ਚਾਹੁੰਦੇ। ਉਹ ਐਮਪੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਸਹੁਰਾ 5 ਵਾਰ ਦੇ ਮੁੱਖ ਮੰਤਰੀ ਤੇ ਦੂਜੇ ਦਾ ਦਾਦਾ ਪੰਜਾਬ ਦਾ ਮੁੱਖ ਮੰਤਰੀ, ਔਰ ਇਹ ਦੋਨਾਂ ਮੁੱਖ ਮੰਤਰੀਆਂ ਦੀ ਅਗਲੀ ਵੰਸ਼ਜ ਜਿਹੜੀ ਅਗਲੀ ਵਿਰਾਸਤ ਸਾਂਭਣ ਵਾਲੇ, ਉਹਨਾਂ ਦਾ ਕਾਫੀ ਚਲੋ ਚੱਲਦਾ ਰਹਿੰਦਾ ਜੀ ਸਿਆਸਤ। ਜਾਂਦੇ ਜਾਂਦੇ ਸਿਰਫ ਇੱਕ ਟਿੱਪਣੀ, ਸੁਖਬੀਰ ਸਿੰਘ ਬਾਦਲ ਨੇ 13 ਨਕਾਤੀ ਪ੍ਰੋਗਰਾਮ ਦਿੱਤਾ, ਉਹਦੇ ਵਿੱਚ ਮਿਸਿੰਗ ਹੈ ਬੇਅਦਬੀ ਦਾ ਮਾਮਲਾ, ਉਹਦੇ ਚ ਮਿਸਿੰਗ ਹੈ ਨਸ਼ੇ ਦਾ ਮਾਮਲਾ, ਜਿਹਦੇ ਤੇ ਉਹ ਅਕਸਰ ਕੈਪਟਨ ਨੂੰ ਘੇਰ ਦੇ ਕੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਮੁੱਕਰ ਗਏ, ਤੇ ਤੀਜਾ ਮਸਲਾ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਸੀ ਉਹਨਾਂ ਦੇ ਬਾਰੇ ਚ ਉਹਨਾਂ ਦੀ ਰਾਏ ਕੀ ਆ, ਇਹ ਕਾਇਮ ਰੱਖੇ ਜਾਣਗੇ ਜਾਂ ਇਹ ਰਿਵਿਊ ਕੀਤੇ ਜਾਣਗੇ? ਕਿਉਂਕਿ ਇਹਨਾਂ ਨੂੰ ਲੈ ਕੇ 300 ਯੂਨਿਟ ਜਾਂ 400 ਯੂਨਿਟ ਬਿਜਲੀ ਦਾ ਸਾਰਾ ਮਾਮਲਾ ਇਹੋ ਜਿਹੇ ਪਾਵਰ ਪਰਚੇਜ ਐਗਰੀਮੈਂਟਸ ਤੇ ਟਿਕਿਆ। ਇੰਨੀ ਮਹਿੰਗੀ ਬਿਜਲੀ ਲੈ ਕੇ ਤੁਸੀਂ ਫ੍ਰੀ ਨਹੀਂ ਦੇ ਸਕੋਗੇ, ਇਹ ਸਾਫ਼ ਹੈ। ਫਿਰ ਇਹਨਾਂ ਦਾ ਕੀ ਕਰੋਗੇ? ਕਿਉਂਕਿ ਇੱਕ ਜਗ੍ਹਾ ਸੁਖਬੀਰ ਜੀ ਕਹਿੰਦੇ ਸੀਗੇ ਇਹ ਰੱਦ ਹੀ ਨਹੀਂ ਕੀਤੇ ਜਾ ਸਕਦੇ, ਇਹ ਕੀਤੇ ਨਹੀਂ ਜਾਣੇ, ਜੇ ਕਰੋਗੇ ਤੇ ਬਿਜਲੀ ਕਿੱਥੋਂ ਲਿਆਓਗੇ? ਫਿਰ ਸੁਖਬੀਰ ਜੀ ਫ੍ਰੀ ਵਾਲੀ ਬਿਜਲੀ ਕਿੱਥੋਂ ਲੈ ਆਉਣਗੇ? ਇਹਦੇ ਤੇ ਉਹਨਾਂ ਟਿੱਪਣੀ ਨਹੀਂ ਦਿੱਤੀ। ਜਾਂਦੇ ਜਾਂਦੇ ਇਹ 3 ਮੁੱਦਿਆਂ। ਬਿਲਕੁਲ ਠੀਕ ਹੈ। ਪੰਜਾਬ ਦੇ ਉਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਗੱਲਾਂ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੋਟਰ ਨੂੰ ਲੁਭਾਉਣ ਵਾਸਤੇ ਜੋ ਕੁਝ ਛੱਡਿਆ ਜਾ ਸਕਦਾ ਪਟਾਰੀ ਚੋਂ, ਉਹ ਸੁਖਬੀਰ ਬਾਦਲ ਉਹਨਾਂ ਨੇ ਕੱਲ ਦੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਛੱਡਿਆ। ਔਰ ਜਿੱਦਾਂ ਅਸੀਂ ਪਹਿਲੇ ਵੀ ਕਲੇਮ ਕਰ ਚੁੱਕੇ ਹਾਂ ਵੀ ਸੁਨੀਲ ਕਾਨੂੰਗੋਲੂ, ਪ੍ਰਸ਼ਾਂਤ ਕਿਸ਼ੋਰ ਉਹਨਾਂ ਦੇ ਕਦੀ ਪਾਰਟਨਰ ਹੁੰਦੇ ਸੀ, ਉਹਨਾਂ ਨੇ ਵੀ ਕੋਈ ਸ਼ਗੁਫਤਾ ਸੁਖਬੀਰ ਬਾਦਲ ਉਹਨਾਂ ਨੂੰ ਦਿੱਤਾ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਸੁਨੀਲ ਕਾਨੂੰਗੋਲੂ ਉਹਨਾਂ ਨਜ਼ਰ ਵੀ ਆ ਰਹੇ ਨੇ।
ਸੁਖਬੀਰ ਉਹਨਾਂ ਦੇ ਸਟੇਜ ਤੋਂ ਪਹੁੰਚਣ ਤੋਂ ਪਹਿਲੇ ਉਹ ਸੁਖਬੀਰ ਉਹਨਾਂ ਦੇ ਸਾਹਮਣੇ ਉਹ ਏਜੰਡਾ ਰੱਖਦੇ ਨੇ ਵੀ ਆ ਪੜ੍ਹ ਕੇ ਸੁਣਾ ਦਿਓ। ਪਰ ਇਹਨਾਂ ਇਸ 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਬੇਅਦਬੀਆਂ ਦੀ ਗੱਲ ਨਾ ਹੋਣਾ, ਕਿਉਂਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ। ਪੰਥਕ ਪਾਰਟੀ ਹੋਣ ਦੇ ਵਜੋਂ ਭਾਵੇਂ ਉਹ ਕਸੂਰਵਾਰ ਸੀਗੇ ਭਾਵੇਂ ਉਹ ਨਹੀਂ ਸੀਗੇ, ਪਰ ਪੰਥਕ ਪਾਰਟੀ ਨੂੰ ਬੇਅਦਬੀਆਂ ਵਰਗੇ ਵੱਡੇ ਮੁੱਦੇ ਨੂੰ ਆਪਣੇ ਏਜੰਡੇ ਤੋਂ ਬਾਹਰ ਕਰ ਦੇਣਾ ਇੱਕ ਤਰੀਕੇ ਨਾਲ ਇਹ ਗੱਲ ਦਰਸਾਉਂਦੀ ਹੈ ਕਿ ਉਹ ਬਿਲਕੁਲ ਵੀ ਇੰਟਰਸਟਿਡ ਨਹੀਂ ਕਿ ਬੇਅਦਬੀਆਂ ਦੇ ਵਾਸਤੇ ਜਿਹੜੇ ਦੋਸ਼ੀ ਸੀਗੇ, ਜਿਨ੍ਹਾਂ ਨੂੰ ਆਪਣੇ ਕਾਰਿਆਕਾਲ ਦੇ ਵਿੱਚ ਤੇ 2 ਸਾਲ ਦੇ ਵਿੱਚ ਉਹ ਸਜ਼ਾ ਨਹੀਂ ਦਿਵਾ ਸਕੇ, ਲੇਕਿਨ ਅਗਲੀ ਸਰਕਾਰ ਬਣੀ ਤਾਂ ਉਹਨਾਂ ਨੂੰ ਦੋਸ਼ੀ ਅਸੀਂ ਕਰਾ ਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇਵਾਂਗੇ, ਭਾਵੇਂ ਉਹ ਦੋਸ਼ੀ ਹੈ ਜਾਂ ਨਹੀਂ ਹੈ। ਦੂਜਾ, ਤੁਸੀਂ ਪਾਵਰ ਪਰਚੇਜ਼ ਐਗਰੀਮੈਂਟ ਦੀ ਗੱਲ ਕੀਤੀ। ਸੁਖਬੀਰ ਉਹਨਾਂ ਇਹ ਤੇ ਜ਼ਰੂਰ ਕਹਿੰਦੇ ਨੇ ਕਿ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ, ਤੇ ਉਹ ਚੈਲੰਜ ਕਰਨ ਕਾਂਗਰਸ ਨੂੰ ਕਿ ਤੁਸੀਂ ਕਿਸ ਆਧਾਰ ਦੇ ਉੱਤੇ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਫਾਲਟੀ ਕਹਿੰਦੇ ਹੋ, ਇਹਦੇ ਵਿੱਚ ਫਾਲਟ ਕੀ ਹੈ। ਅਸੀਂ ਤੇ ਉਹੀ ਐਗਰੀਮੈਂਟ ਕੀਤਾ ਜਿਹੜਾ ਮਨਮੋਹਨ ਸਿੰਘ ਸਰਕਾਰ ਨੇ ਸਟੈਂਡਰਡ ਐਗਰੀਮੈਂਟ ਬਣਾਏ ਸੀਗੇ। ਯਾਨੀ ਇਸ ਮੁੱਦੇ ਤੋਂ ਕਿਸੇ ਨਾ ਕਿਸੇ ਜਗ੍ਹਾ ਉਹ ਬਚਦੇ ਨਜ਼ਰ ਆਏ। ਜੇ ਕਾਂਗਰਸ ਸਰਕਾਰ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟਸ ਨੂੰ ਰੱਦ ਕਰ ਦਿੰਦੀ ਹੈ ਤੇ ਕੀ ਅਕਾਲੀ ਸਰਕਾਰ ਆਉਣ ਤੋਂ ਬਾਅਦ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਬਹਾਲ ਕੀਤਾ ਜਾਏਗਾ? ਤੀਜਾ ਜਿਹੜਾ ਮੁੱਦਾ ਡਰੱਗ ਦੇ ਮੁੱਦੇ ਤੇ, ਬੇਅਦਬੀਆਂ ਦੇ ਮੁੱਦੇ ਤੇ ਔਰ ਪਾਵਰ ਪਰਚੇਜ਼ ਐਗਰੀਮੈਂਟ ਦੇ ਮੁੱਦੇ ਤੇ ਜਿੱਦਾਂ ਕੋਈ ਸੱਪ ਫੜਨ ਵਾਲੀ ਗੱਲ ਹੁੰਦੀ ਹੈ ਨਾ, ਉਹ ਜਾਣ-ਬੁੱਝ ਕੇ ਇਹਨਾਂ ਮੁੱਦਿਆਂ ਤੋਂ ਸੁਖਬੀਰ ਬਾਦਲ ਉਹਨਾਂ ਬਚਣਾ ਚਾਹੁੰਦੇ ਨੇ ਕਿ ਉਹ ਮੁੜ ਉਹਨਾਂ ਦੇ ਉੱਤੇ ਹੀ ਇਹ ਮੁੱਦੇ ਆਉਂਦੇ ਨੇ। ਔਰ ਇਹੀ ਕਾਰਨ ਹੈ ਕਿ ਕੱਲ ਜਿਹੜੇ 13 ਨੁਕਾਤੀ ਪ੍ਰੋਗਰਾਮ ਸੀਗੇ ਉਹਨਾਂ ਵਿੱਚੋਂ ਕਾਂਗਰਸ ਦੇ ਕਹੇ ਜਾਣ ਵਾਲੇ ਵੱਡੇ ਮੁੱਦੇ, 3 ਵੱਡੇ ਮੁੱਦੇ, ਉਹ ਉਸ 13 ਪੁਆਇੰਟ ਦੇ ਵਿੱਚ ਮਿਸਿੰਗ ਸੀਗੇ। ਜੇ 13 ਦੇ 16 ਬਣਾ ਲੈਂਦੇ ਤੇ ਮੈਨੂੰ ਲੱਗਦਾ ਵੀ ਅਕਾਲੀ ਦਲ ਨੂੰ ਹੋਰ ਸਾਫ਼ ਸਿਚੁਏਸ਼ਨ ਹੋ ਜਾਂਦੀ ਵੀ ਉਹ ਪੰਥਕ ਮੁੱਦਿਆਂ ਦੇ ਉੱਤੇ ਵੀ ਗੰਭੀਰ ਨੇ। ਜੀ ਭਾਸਕਰ ਸਾਹਿਬ, ਜਦੋਂ ਹੀ ਮੈਂ ਇਹ ਤੁਹਾਡੇ ਨਾਲ ਗੱਲਬਾਤ ਖਤਮ ਕਰ ਰਿਹਾ, ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਮਿਨਿਸਟਰ ਨੇ, ਉਹਨਾਂ ਵੱਲੋਂ ਕੈਪਟਨ ਸਾਹਿਬ ਨੂੰ ਇੱਕ ਹੋਰ ਚਿੱਠੀ ਲਿਖੀ ਗਈ ਹੈ ਜਿਹੜੀ ਮੇਰੇ ਹੱਥ 'ਚ ਹੈ, ਜਿਹੜਾ ਉਹਦਾ ਸਬਜੈਕਟ ਹੈ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੇ ਕੇਸ ਹੈਗੇ ਆ ਬਰਗਾੜੀ ਦੇ ਵਿੱਚ ਉਹਨਾਂ ਦੇ ਚਲਾਨ ਸੰਬੰਧੀ, ਤੇ ਉਹ ਕੈਪਟਨ ਸਾਹਿਬ ਨੂੰ ਲਿਖ ਰਹੇ ਆ। ਉਹਦੇ ਵਿੱਚ ਕਾਫੀ ਕੁਝ ਹੈ, ਅੰਗਰੇਜ਼ੀ 'ਚ ਚਿੱਠੀ ਆ, ਮੇਰਾ ਅੰਗਰੇਜ਼ੀ 'ਚ ਹੱਥ ਥੋੜਾ ਤੰਗ ਵੀ ਹੈ, ਲੇਕਿਨ ਫਿਰ ਵੀ ਉਹ ਬੜੀਆਂ ਉਹਦੇ 'ਚ ਜਿਹੜੇ ਮਸਲੇ ਉਠਾ ਰਹੇ ਆ। ਤੇ ਉਹ ਕਹਿੰਦੇ ਆ ਕਿ ਇਹਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਮੇਂ ਸਿਰ ਅਰੈਸਟ ਕਰਨ ਦਾ ਜਿਹੜਾ ਉਹ ਕੋਈ ਯਤਨ ਨਹੀਂ ਹੋਇਆ, ਔਰ ਉਹਦੇ ਵਿੱਚ ਅੱਗੇ ਨਾਮ ਵੀ ਉਹਨਾਂ ਨੇ ਦਿੱਤੇ ਆ। ਔਰ ਇਹਦੇ ਵਿੱਚ ਉਹ ਕਹਿੰਦੇ no efforts were made to bring on production warrant for questioning ਡੇਰਾ ਸੱਚਾ ਸੌਦਾ ਹੈਡ, ਜਿਹੜਾ ਹਰਿਆਣੇ ਦੀ ਜੇਲ੍ਹ ਦੇ ਵਿੱਚ ਬੰਦ ਸੀਗਾ। ਇਹ ਕਿੰਨੇ ਸਵਾਲ ਉਹਨਾਂ ਨੇ ਖੜੇ ਕੀਤੇ ਆ। ਮੈਂ ਨਾਲ ਜੇ ਵੇਖਾਂ, ਚੌਥੇ ਪੁਆਇੰਟ ਦੇ ਵਿੱਚ ਉਹ ਕਹਿੰਦੇ ਆ ਕਿ ਪੋਲੀਟੀਕਲ ਵਿਲ ਦੀ ਕਮੀ ਨਜ਼ਰ ਆਉਂਦੀ ਹਰ ਚੀਜ਼ ਦੇ ਵਿੱਚ, ਤੇ ਇਹ ਜਿਹੜੀ ਪ੍ਰੋਫੈਸ਼ਨਲਿਜ਼ਮ ਹੈ ਇਨਵੈਸਟੀਗੇਸ਼ਨ ਏਜੰਸੀਜ਼ ਦਾ, ਉਹ ਜਿਹੜੀ ਕੌਨਸਪੀਰੇਸੀ ਸੀਗੀ, ਸਾਜ਼ਿਸ਼ ਸੀ, ਉਹਨੂੰ ਨਿਆਂ ਤੱਕ ਲਿਆਉਣ ਦੇ ਵਿੱਚ ਨਾਕਾਮਯਾਬ ਹੈ। ਇਹ ਜਿੰਨਾ ਕੁ ਮੈਨੂੰ ਸਮਝ ਆ ਰਿਹਾ, ਕਿਉਂਕਿ ਹੁਣੇ ਹੀ ਇਹ ਪੱਤਰ ਸਾਹਮਣੇ ਆ ਰਿਹਾ। ਤੇ ਜਿਹੜਾ ਉਹ ਕਹਿੰਦੇ ਆ ਕਿ ਮੈਂ ਉਸ ਜਿਹੜਾ ਮਿਨਿਸਟਰਸ ਦਾ ਗਰੁੱਪ ਸੀਗਾ ਉਹਦਾ ਮੈਂਬਰ ਸੀ, ਤੇ ਤੁਸੀਂ ਸਾਨੂੰ ਜਿਹੜਾ ਡਿਪਿਊਟ ਕੀਤਾ ਸੀ ਧਰਨਾ ਚੁਕਾਉਣ ਲਈ ਜਾਂ ਉਹਨਾਂ ਨਾਲ ਗੱਲਬਾਤ ਕਰਨ ਲਈ, ਬਰਗਾੜੀ ਇਨਸਾਫ ਮੋਰਚਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਅਸੀਂ ਤੁਹਾਡੇ ਆਧਾਰ ਤੇ ਸਾਰੀ ਉੱਥੇ ਗੱਲਬਾਤ ਕੀਤੀ ਸੀ, ਗਰੁੱਪ ਆਫ ਮਿਨਿਸਟਰ ਜਿਹਦੇ 'ਚ MLA ਵੀ ਸੀਗੇ। ਲੇਕਿਨ ਹੁਣ ਮੈਨੂੰ ਇੰਝ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਕੀਤੇ ਗਏ ਜਿਹੜੇ ਵਾਅਦੇ ਸੀ ਉਹ ਪੂਰੇ ਨਾ ਹੋਣ ਤੇ ਮੈਂ ਚੀਟਡ ਮਹਿਸੂਸ ਕਰ ਰਿਹਾ, ਔਰ ਮੈਨੂੰ ਕਾਫੀ ਜਿਹੜਾ ਸ਼ਰਮਿੰਦਗੀ ਦਾ ਸ਼ਬਦ ਮੈਂ ਕਹੂੰਗਾ ਅਹਿਸਾਸ ਹੋ ਰਿਹਾ ਕਿ ਅਸੀਂ ਜੋ ਕਿਹਾ ਅਸੀਂ ਕਰ ਨਹੀਂ ਸਕੇ। ਸੁਖਜਿੰਦਰ ਸਿੰਘ ਰੰਧਾਵਾ ਇੱਕ ਡਿਟੇਲਡ ਪੱਤਰ ਮੁੱਖ ਮੰਤਰੀ ਨੂੰ ਲਿਖ ਰਹੇ ਆ, ਜਿਹਦੇ ਵਿੱਚ ਉਹ ਕਈ ਚੀਜ਼ਾਂ ਉਹਨਾਂ ਨੂੰ ਸਾਫ਼ ਪੁੱਛ ਰਹੇ ਆ ਕਿ ਆਹ ਨਹੀਂ ਹੋਇਆ, ਇਹ ਨਹੀਂ ਹੋਇਆ। ਅਸੀਂ ਕਈ ਜਗ੍ਹਾ ਦੇ ਉੱਤੇ ਲਾਪਰਵਾਹੀ ਦੇ ਦੋਸ਼ ਸਾਡੇ ਤੇ ਲੱਗ ਰਹੇ ਆ, ਸਾਡੀਆਂ ਏਜੰਸੀਆਂ ਜਿਹੜੀਆਂ ਉਹ ਢੁਕਵੇਂ ਤਰੀਕੇ ਨਾਲ ਕੰਮ ਨਹੀਂ ਕਰ ਸਕੀਆਂ। ਮੈਨੂੰ ਲੱਗਦਾ ਕਿ ਇਹ ਗੱਲ ਹੁਣ ਰੁਕਣੀ ਨਹੀਂ। 2022 ਦੀ ਇਲੈਕਸ਼ਨ ਤੋਂ ਪਹਿਲਾਂ ਹਰ ਧਿਰ ਆਪਣੇ ਆਪ ਨੂੰ ਸਾਫ਼ ਦਿਖਾਉਣਾ ਚਾਹੂਗੀ। ਹਾਲਾਂਕਿ ਇਹ ਔਖਾ ਵੀ ਆ, ਜਦੋਂ ਇਹਨਾਂ 2 ਮਿਨਿਸਟਰ ਤੇ 3 MLAs ਨੂੰ ਸੱਦਿਆ ਗਿਆ, ਅਕਾਲ ਤਖ਼ਤ ਤੇ ਸੱਦਿਆ ਗਿਆ, ਉਹਨਾਂ ਲਈ ਸਥਿਤੀ ਹੋਰ ਹਾਸੋਹੀਣੀ ਹੋ ਜਾਂਦੀ ਆ। ਸਰਕਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਇਹਨਾਂ ਦਾ 36 ਦਾ ਅੰਕੜਾ ਚੱਲ ਹੀ ਰਿਹਾ। ਸੋ ਮੈਨੂੰ ਇੰਝ ਲੱਗਦਾ ਹੈ ਕਿ ਕਾਫੀ ਕੁਝ ਉਲਟ ਪੁਲਟ ਹੋ ਗਿਆ। ਜਿਹੜੀ ਸਾਫ਼ ਸੁਥਰੀ
ਆਰਾਮ ਨਾਲ ਚੱਲਦੀ ਸਰਕਾਰ ਸੀਗੀ, ਉਹਦੇ ਵਿੱਚ ਇੱਕਦਮ ਤਖਤਾ ਪਲਟ ਵਰਗੀ ਸਥਿਤੀ ਪੈਦਾ ਹੋ ਗਈ। ਜਾਂਦੇ ਜਾਂਦੇ ਟਿੱਪਣੀ ਦੇ ਜੋ ਇਸ ਚਿੱਠੀ ਦੇ ਉੱਤੇ। ਰੰਧਾਵਾ ਜੀ, ਇਹਨਾਂ ਗੱਲਾਂ ਦਾ ਤੇ ਅੱਗੇ ਵੀ ਜ਼ਿਕਰ ਹੋਏਗਾ। ਅੱਜ ਜੀ ਇਹ ਗੱਲਾਂ ਸ਼ੁਰੂ ਹੋਈਆਂ, ਇਸ ਤੋਂ ਪਹਿਲੇ ਏਦਾਂ ਦਾ ਇੱਕ ਬੰਬ ਸੁੱਟਣ ਤੋਂ ਬਾਅਦ ਅੱਜ ਸਿੱਧੂ ਪ੍ਰਧਾਨ ਦੀ ਕੁਰਸੀ ਤੇ ਬੈਠੇ ਹੋਏ ਨੇ ਔਰ ਇਹਨਾਂ ਮੁੱਦਿਆਂ ਨੂੰ ਜਾਰੀ ਰੱਖ ਕੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਈ ਮੀਡੀਆ ਕਰਮੀਆਂ ਨਾਲ ਵੀ ਗੱਲ ਕੀਤੀ ਹੈ ਔਰ ਉੱਥੇ ਸਾਫ਼-ਸਾਫ਼ ਕਿਹਾ ਹੈ ਕਿ ਸਾਨੂੰ ਪੂਰਾ ਇੱਕ ਪ੍ਰਤੀਨਿਧੀ ਬਣਾ ਕੇ ਸਰਕਾਰ ਦਾ ਉੱਥੇ ਬਰਗਾੜੀ ਭੇਜਿਆ ਗਿਆ ਸੀ। ਅਸੀਂ ਉਹਨਾਂ ਨੂੰ ਵਾਅਦੇ ਕਰਕੇ ਉੱਥੋਂ ਉਠਾਇਆ ਸੀਗਾ, ਪਰ ਉਹਨਾਂ ਵਾਅਦਿਆਂ ਦਾ ਪੂਰਾ ਨਾ ਹੋਣਾ, ਉਹ ਕਿਸੇ ਨਾ ਕਿਸੇ ਜਗ੍ਹਾ ਸਾਨੂੰ ਵੀ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਕੋਲ ਜਾਣ ਵਾਸਤੇ ਸਾਡੇ ਕੋਲ ਫੇਸ ਨਹੀਂ ਹੈਗਾ ਕਿ ਅਸੀਂ ਕਿੱਦਾਂ ਉਹਨਾਂ ਦਾ ਸਾਹਮਣਾ ਕਰੀਏ। ਮੈਨੂੰ ਇਹ ਲੱਗਦਾ ਹੈ ਕਿ ਇਹ ਮੁੱਦਾ ਤੇ ਹੁਣ ਪਹਿਲੇ ਤੇ ਤੁਰ ਚੁੱਕਿਆ ਸੀਗਾ, ਹੁਣ ਇਹ ਭਜਣਾ ਸ਼ੁਰੂ ਹੋਏਗਾ ਔਰ ਇਹ 5 ਨੁਕਾਤੀਆਂ ਦੇ ਵਿੱਚ ਇਹ ਪ੍ਰੋਗਰਾਮ ਵੀ ਹੈਗਾ, ਬੇਅਦਬੀਆਂ ਦਾ ਮੁੱਦਾ ਵੀ ਹੈਗਾ, PPA ਐਗਰੀਮੈਂਟ ਵੀ ਹੈਗਾ, ਡਰੱਗ ਦਾ ਇਸ਼ੂ ਜਿਹਦੇ ਉੱਤੇ ਅਸੀਂ ਗੱਲ ਕਰਕੇ ਹਟੇ ਹਾਂ ਉਹ ਵੀ ਹੈਗਾ, ਤੇ ਟੀਚਰਾਂ ਦਾ, ਡਾਕਟਰਾਂ ਦਾ, ਹੋਰ ਮੁਲਾਜ਼ਮਾਂ ਦਾ ਮਸਲਾ ਵੀ ਹੈਗਾ, ਜਿਹਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਇੱਕ ਜਲਦੀ ਡਿਸੀਜਨ ਲਏਗੀ ਕਿ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦੇਗੀ। ਪਰ ਬੇਅਦਬੀਆਂ ਦੇ ਮੁੱਦੇ ਨੂੰ ਟੱਚ ਕੀਤੇ ਬਗੈਰ ਕੈਪਟਨ ਸਾਹਿਬ ਬਚ ਕੇ ਨਿਕਲ ਜਾਣਗੇ ਜਾਂ ਕੈਪਟਨ ਸਾਹਿਬ ਇਸ ਮੁੱਦੇ ਤੇ ਕੋਈ ਐਕਸ਼ਨ ਨਹੀਂ ਲੈਣਗੇ, ਇਹ ਪੋਸੀਬਲ ਹੁੰਦਾ ਨਜ਼ਰ ਨਹੀਂ ਆ ਰਿਹਾ। ਕਿਉਂਕਿ ਹੁਣ ਤੇ ਕਈ ਬੰਦੇ ਮਗਰ ਪੈ ਗਏ ਨੇ ਕੈਪਟਨ ਸਾਹਿਬ ਦੇ। ਹੁਣ ਸਿਰਫ ਕੈਪਟਨ ਸਾਹਿਬ ਨੂੰ ਇਹ ਨਹੀਂ ਹੈਗਾ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ। ਇਹ ਪੁੱਛਣ ਵਾਲੇ 4-5 ਬੰਦੇ ਰੋਜ਼ ਗਲੀਆਂ 'ਚ ਫਿਰਦੇ ਨੇ ਔਰ ਉਹਦੇ ਵਿੱਚ ਵੀ ਇੱਕ PPCC ਦਾ ਪ੍ਰਧਾਨ ਹੋਏ, ਉਹ ਇਹ ਸਵਾਲ ਅਗਰ ਕੈਪਟਨ ਸਾਹਿਬ ਨੂੰ ਕਰੇ ਤੇ ਮੈਨੂੰ ਇਹ ਲੱਗਦਾ ਹੈ ਕਿ ਜਵਾਬ ਤੇ ਦੇਣਾ ਪਏਗਾ। ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ, ਧੰਨਵਾਦ ਜੀ।